ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਾਰੀਆਂ ਭਲਾਈ ਸਕੀਮਾਂ ਲਈ ਬਜਟ ਰਾਸ਼ੀ ਘਟਾਉਣ, ਪੈਟਰੋਲ ਡੀਜ਼ਲ ਤੇ ਵੈਟ ਘੱਟ ਕਰਨ ਸੰਬੰਧੀ ਬਜਟ 'ਚ ਜ਼ਿਕਰ ਨਾ ਕੀਤੇ ਜਾਣ, ਪੁਰਾਣੇ ਵਾਅਦਿਆਂ ਨੂੰ ਨਵੇਂ ਵਾਅਦਿਆਂ 'ਚ ਤਬਦੀਲ ਕਰਕੇ ਲੋਕਾਂ ਨੂੰ ਭਰਮਾਉਣ ਦਾ ਦੋਸ਼ ਲਗਾਇਆ ਹੈ। ਮਜੀਠੀਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ ਇਸ ਬਜਟ 'ਚ ਸਿਰਫ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਬਜਟ 'ਚ ਐਲਾਨ ਕੀਤੇ ਗਏ ਨੇ ਉਹਨਾਂ ਨੂੰ ਤੁਰੰਤ ਲਾਗੂ ਕਰਨ ਦਾ ਵੀ ਐਲਾਨ ਕਰਨਾ ਚਾਹੀਦਾ ਸੀ। ਮਜੀਠੀਆ ਨੇ ਕਿਹਾ ਕਿ ਇਹ ਸਾਰੇ ਐਲਾਨ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਲਾਗੂ ਹੋਣਗੇ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਈ ਵਾਰ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ, ਪਰ ਇਹ ਕਾਲਜ ਕਿੱਥੇ ਹਨ ਕਿਸੇ ਨੂੰ ਨਹੀਂ ਪਤਾ। ਉਹਨਾਂ ਨੇ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਔਰ ਇਹ ਅਖੀਰਲਾ ਬਜਟ ਸਰਕਾਰ, ਮੈਂ ਅੱਜ ਵਿਧਾਨ ਸਭਾ 'ਚ ਬੋਲਦਿਆਂ ਵੀ ਕਿਹਾ ਕਿ ਜਦੋਂ ਇਹ ਸਰਕਾਰ ਬਣੀ ਹੈ ਪੰਜਾਬ ਦੇ ਲੋਕਾਂ ਨਾਲ ਵਾਅਦੇ ਤਾਂ ਕੀਤੇ, ਮਗਰ ਅਨੋਖੇ ਢੰਗ ਨਾਲ ਕੀਤੇ। ਸਹੁੰ ਖਾਣੀ, ਘਰ ਘਰ ਫਾਰਮ ਭਰਾਉਣੇ, ਮਤਲਬ ਕਿ ਨਵੇਕਲਾ ਤਰੀਕਾ ਅਪਣਾਇਆ ਗਿਆ ਲੋਕਾਂ ਨੂੰ ਠੱਗਣ ਦਾ। ਔਰ ਵੇਖੋ, ਜਿਨ੍ਹਾਂ ਨੂੰ ਠੱਗਿਆ ਉਹ ਜਿਹੜਾ ਸਭ ਤੋਂ ਦਬਲਿਆ ਕੁਚਲਿਆ ਵਰਗ ਹੁੰਦਾ ਉਹਨੂੰ ਠੱਗਿਆ। ਕੋਈ ਮਿਹਨਤਕਸ਼, ਕੋਈ ਐਸਸੀ, ਕੋਈ ਕਿਸਾਨ, ਕੋਈ ਮੁਲਾਜ਼ਮ, ਕੋਈ ਬੈਕਵਰਡ ਕਲਾਸ, ਕੋਈ ਇੰਡਸਟਰੀ, ਹਰ ਵਰਗ ਨੂੰ ਝੂਠ ਬੋਲ ਕੇ ਠੱਗਿਆ ਗਿਆ। ਕੱਲ ਬਜਟ ਪੇਸ਼ ਹੋਇਆ, ਲੋਕਾਂ ਨੂੰ ਬੜੀ ਆਸਾਂ ਉਮੀਦਾਂ ਸਨ ਕਿ 4 ਬਜਟ ਲੰਘ ਗਏ, 5ਵਾਂ ਸ਼ਾਇਦ ਪਤਾ ਨਹੀਂ ਕੀ ਦੇ ਦੇਣਾ ਇਹਨਾਂ ਨੇ। ਮਗਰ ਜੋ ਕੁਝ ਵੀ ਅਨਾਉਂਸ ਕੀਤਾ, ਮੈਨੂੰ ਆਸ ਸੀ ਕਿ ਮਾਫੀ ਮੰਗ ਕੇ ਕਹਿਣਗੇ ਕਿ ਜੇ ਪੈਨਸ਼ਨ ਅਸੀਂ ਵਧਾਵਾਂਗੇ ਤੇ ਇਹ ਪਿਛਲੇ 4 ਸਾਲ ਦੀ ਵੀ ਦੇਵਾਂਗੇ। ਜੇ ਬਿਜਲੀ ਦੇ ਰੇਟ 5 ਰੁਪਏ ਦਾ ਵਾਅਦਾ ਸੀ 10 ਕਰਤੇ ਤੇ 5 ਰੁਪਏ ਦੀ ਮਾਫੀ ਦੇ ਕੇ ਤੁਹਾਡੇ ਖਾਤਿਆਂ 'ਚ ਪੈਸੇ ਪਾਵਾਂਗੇ। ਐਸਸੀ ਸਕਾਲਰਸ਼ਿਪ ਜਿਹੜੀ ਪਿਛਲੇ 4 ਸਾਲ ਤੋਂ ਦਿੱਤੀ ਨਹੀਂ, ਉਹ ਵੀ ਬੱਚਿਆਂ ਦੇ ਘਰ ਤੱਕ ਪਹੁੰਚਾਵਾਂਗੇ। ਮੁਲਾਜ਼ਮ ਵਰਗ ਜਿਨ੍ਹਾਂ ਦੇ ਨਾਲ ਟੀਏ, ਡੀਏ, ਭੱਤੇ, ਅਰੇਅਰਸ, ਪੇ ਕਮਿਸ਼ਨ, ਸੈਂਟਰਲ, ਕੱਚੇ ਤੋਂ ਪੱਕੇ ਕਰਨਾ, ਇਹ ਸਾਰੇ ਮੁੱਦੇ ਮੈਨੂੰ ਆਸ ਸੀ ਕਿ ਉਹ ਕਹਿਣਗੇ ਕਿ ਅਸੀਂ ਬੈਕ ਡੇਟ ਤੋਂ, ਜਿਸ ਦਿਨ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਲਾਗੂ ਕਰਾਂਗੇ। ਮਗਰ ਪਤਾ ਨਹੀਂ ਕਿਹੜੇ ਪੰਡਿਤ ਜੀ ਨਾਲ ਸਲਾਹ ਹੋਈ ਸੀ ਕਿ ਜਿਹੜਾ ਕੁਝ ਵੀ ਦੇਣਾ ਉਹ 1/7/2021 ਤਰੀਕ ਚੁਣੀ। ਹਲੇ ਇਹ ਵੀ ਨਹੀਂ ਭਰੋਸਾ ਕਿ ਦੇਣਾ ਕਿ ਨਹੀਂ ਦੇਣਾ। ਮਗਰ ਜੇ ਤੁਸੀਂ ਵੈਟ ਰਾਤੋਂ ਰਾਤ ਲਾਗੂ ਕਰ ਸਕਦੇ ਹੋ, ਜਿਸ ਦਿਨ ਐਲਾਨ ਦਿਓ ਕਿ ਵੱਧ ਜਾਣਾ, ਤੇ ਜਿਹੜਾ ਕੁਝ ਬਜਟ 'ਚ ਐਲਾਨਿਆ ਜਾ ਰਿਹਾ ਉਹਨੂੰ ਵੀ ਨਾਲ ਦੀ ਨਾਲ ਕਹਿ ਦਿਓ ਕਿ ਕੱਲ ਤੋਂ ਇਹ ਲਾਗੂ ਹੈ। ਮਗਰ ਜਦੋਂ ਇਹ ਤਰੀਕਾ ਅਗਲੇ, ਜਦੋਂ ਸਰਕਾਰ ਦੇ ਰਹੀ 2-3 ਮਹੀਨੇ ਜਾਣੇ ਆ, ਮੁੜ ਕੇ ਕੋਡ ਆਫ ਕੰਡਕਟ ਲੱਗ ਜਾਣਾ, ਇਹ ਤੋਂ ਸਪਸ਼ਟ ਹੁੰਦਾ ਕਿ ਸਰਕਾਰ ਦੀ ਮਨਸ਼ਾ, ਸਰਕਾਰ ਦੀ ਇਹਨਾਂ ਪਾਲਿਸੀਜ਼ ਪ੍ਰਤੀ ਕੋਈ ਕਮਿਟਮੈਂਟ ਨਹੀਂ, ਕੋਈ ਗਾਰੰਟੀ ਨਹੀਂ, ਸਿਰਫ ਤੇ ਸਿਰਫ ਜੁਮਲਾਬਾਜ਼ੀ ਅੰਦਰ ਚੱਲ ਰਹੀ ਹੈ। ਅੱਜ ਦੇ ਕੁਝ ਅਖਬਾਰ ਨੇ, ਔਰ ਮੈਂ ਇਹ ਸਭ ਤੋਂ ਪਹਿਲੀ ਗੱਲ ਕੀਤੀ ਕਿ ਦੇਖੋ, ਕਿਸਾਨ ਕਰਜ਼ਾ ਮਾਫੀ ਸਭ ਤੋਂ ਵੱਡੀ ਗੱਲ, 90,000 ਕਰੋੜ ਦਾ ਕਰਜ਼ਾ ਸੀ। ਔਰ ਸੀਐਮ ਸਾਹਿਬ ਔਨ ਰਿਕਾਰਡ ਹੈ ਕਹਿੰਦੇ ਹੋਏ ਕਿ ਮੈਂ ਆੜਤੀਏ ਦਾ ਮਾਫ ਕਰੂੰ, ਮੈਂ ਬੈਂਕ ਦਾ ਕਰੂੰ, ਮੈਂ ਕੋਆਪਰੇਟਿਵ ਦਾ ਕਰੂੰ। ਜਿੱਥੇ ਮੈਂ ਦਸੂਏ ਦੇ ਉਹਨਾਂ ਦੋਵਾਂ ਪਿਓ ਪੁੱਤਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਆਪਦੇ ਸੁਸਾਈਡ ਨੋਟ 'ਚ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਮੈਂ ਇਹ ਗੱਲ ਕੀਤੀ ਕਿ ਅੱਜ, ਕਿਉਂਕਿ ਅੱਜ ਕੱਲ੍ਹ ਇੱਕ ਸਮਾਂ ਹੋ ਜਾ ਕਿ ਬਾਰ-ਬਾਰ ਜਦੋਂ ਆਪਾਂ ਨੂੰ ਸੂਟ ਕਰਦਾ, ਹਰ ਬੰਦਾ ਕਿਸਾਨ ਯੂਨੀਅਨ ਦੀ ਗੱਲ ਬੜੀ ਕਰਦਾ, ਤੇ ਕਿਸਾਨ ਯੂਨੀਅਨ ਉਗਰਾਹਾਂ ਡਕਾਉਂਦਾ ਨੇ ਕਲੀਅਰਲੀ ਕਹਿਤਾ ਕਿ ਟੂ ਲਿਟਲ ਟੂ ਲੇਟ, ਕਿ ਕੁਛ ਨਹੀਂ ਹੈ ਇਹਦੇ 'ਚ, 5% ਹੈ। ਮਤਲਬ ਮੇਰੀ ਗੱਲ ਛੱਡੋ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਇਹਨਾਂ ਨੂੰ ਕਿਸਾਨੀ ਦੀ ਅੱਜ ਅਗਵਾਈ ਕਰ ਰਹੇ ਜਾਂ ਸਮਝ ਆ, ਉਹਨਾਂ ਨੇ ਵੀ ਰਿਜੈਕਟ ਕਰਤਾ। ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ। ਇਸੇ ਤਰ੍ਹਾਂ ਕਿਸਾਨਾਂ ਦੇ ਵਾਸਤੇ ਬਜਟ 'ਚ ਮੈਨੂੰ ਉੱਥੇ, ਕਿਉਂਕਿ ਕਈ ਚੀਜ਼ਾਂ ਅੰਦਰ ਬੋਲਣ ਨਹੀਂ ਦਿੱਤੀਆਂ, ਉਹਨਾਂ ਨੂੰ ਮਿਰਚਾਂ ਲੱਗਦੀਆਂ ਸਨ। ਪਹਿਲਾਂ 3000 ਕਰੋੜ ਰੱਖਿਆ, ਉਹ ਨਹੀਂ ਦਿੱਤਾ। ਫਿਰ 2000 ਕਰੋੜ ਰੱਖਿਆ, ਉਹ ਨਹੀਂ ਦਿੱਤਾ। ਤੇ ਐਤਕੀ ਫਿਰ ਇਹਨਾਂ ਨੇ ਆ ਪੈਸੇ ਰੱਖ ਲਏ कि असी 523 करोड़
ਲੈਂਡਲੈਸ ਨੂੰ ਤੇ 526 ਕਰੋੜ ਇਹ ਪਿਛਲੀ ਵਾਰੀ ਵੀ ਰੱਖਿਆ ਸੀ, ਕੱਖ ਨਹੀਂ ਦਿੱਤਾ। ਕਿੰਨੀਆਂ ਅਨਾਉਂਸਮੈਂਟਾਂ ਮੈਂ ਦੱਸ ਸਕਦਾ ਜਿਹੜੀਆਂ ਪਹਿਲਾਂ ਹੋਈਆਂ ਉਹਨਾਂ ਦਾ ਕੁਝ ਨਹੀਂ ਹੋਇਆ। ਮੈਂ ਇੱਕ ਲਿਸਟ ਬਣਾ ਕੇ ਆਇਆ ਸੀ ਔਰ ਮੈਂ ਕਿਹਾ ਵੀ ਹਾਊਸ ਦੀ ਅੰਦਰ ਕੀ ਕਮੇਟੀ ਬਣਾ ਦਿਓ ਕਿ ਇਹ ਗੱਲ ਦਾ ਨਿਪਟਾਰਾ ਹੀ ਹੋ ਜੇ। ਦੇਖੋ, ਇੱਕ ਤਾਂ ਗੁਰੂ ਸਾਹਿਬ ਦੀ ਸਹੁੰ ਖਾ ਕੇ ਠੱਗੀ ਮਾਰੀ, ਫਾਰਮ ਭਰਵਾ ਕੇ ਠੱਗੀ ਮਾਰੀ, ਫਿਰ ਜਿੰਨੇ ਵੀ ਮਹਾਂਪੁਰਸ਼ ਹੋਏ ਆ ਜਾਂ ਗੁਰੂ ਸਾਹਿਬਾਨ ਨੇ ਜਾਂ ਕੋਈ ਸਤਿਕਾਰਕ ਸ਼ਖਸੀਅਤਾਂ ਨੇ, ਉਹਨਾਂ ਦੇ ਨਾਂ ਤੇ ਵੀ ਠੱਗੀ। ਇੱਕ ਯਾਦ ਹੋਊਗਾ ਤੁਹਾਨੂੰ, ਸਭ ਤੋਂ ਪਹਿਲਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਇੱਕ ਹਰਾ ਟਰੈਕਟਰ ਸਕੀਮ ਸੀ। ਉਹ ਲੱਭਿਆ ਜੀ? ਹਰੇ ਟਰੈਕਟਰ 'ਚੋਂ ਹਰੇ ਤਾਂ ਲਾਲ ਪੀਲੇ ਹੁੰਦੇ ਫਿਰਦੇ, ਹੁਣ ਉਹੀ ਨਹੀਂ ਲੱਭਿਆ। ਫਿਰ ਯਾਰੀ ਐਂਟਰਪ੍ਰਾਈਜ਼ਸ, ਕੁਛ ਨਹੀਂ। ਉਸ ਤੋਂ ਬਾਅਦ ਇੱਕ ਹੋਰ ਇਹਨਾਂ ਨੇ ਆਪਣੀ ਗੱਡੀ ਆਪਣਾ ਰੋਜ਼ਗਾਰ, ਉਹ ਭੁੱਲ ਹੀ ਗਏ। ਉਹ ਸਕੀਮਾਂ ਸਾਰੀਆਂ ਗਈਆਂ ਕਿੱਧਰ ਨੂੰ। ਇਸੇ ਤਰ੍ਹਾਂ ਇਹਨਾਂ ਨੇ ਜਿਵੇਂ ਜਿਵੇਂ ਬਜਟ ਤੁਰਿਆ ਜਾਂਦਾ ਉਸ ਤਰ੍ਹਾਂ ਇਹ ਆਪਦੇ ਸਲੋਗਨ ਵੀ ਬਦਲੀ ਜਾਂਦੇ ਆ। ਇਹਨਾਂ ਨੇ 18-19 ਦੇ ਬਜਟ 'ਚ ਕਿਹਾ ਸੀ ਖੁਸ਼ਹਾਲ ਕਿਸਾਨ ਪ੍ਰਗਤੀਸ਼ੀਲ ਨੌਜਵਾਨ, 19-20 'ਚ ਕਿਹਾ ਖੁਸ਼ਹਾਲ ਕਿਸਾਨ ਪ੍ਰਗਤੀਸ਼ੀਲ ਨੌਜਵਾਨ, ਤੇ ਹੁਣ ਕਰਤਾ ਖੁਸ਼ਹਾਲ ਕਿਸਾਨ ਕਾਮਯਾਬ ਪੰਜਾਬ। ਨੌਜਵਾਨ ਤਾਂ ਵਿੱਚੋਂ ਹੀ ਕੱਢਤਾ। ਮੈਂ ਕਿਹਾ ਚਲੋ ਨੌਵਾਂ ਦੀ ਖੇਡ 'ਚ ਵੀ ਨਹੀਂ ਜਾਂਦੇ। ਨੌ ਬਦਲੇ ਨਾਲ ਕਿਹੜਾ ਮਸਲਾ ਥੱਲੇ ਹੱਲ ਹੋ ਰਿਹਾ? ਲੋਕਾਂ ਦੇ ਹਾਲਾਤ ਵੇਖੋ ਕਿ ਭਾਵੇਂ ਉਹ ਸੁਸਾਈਡ ਹੈ, ਭਾਵੇਂ ਹੋਰ ਚੀਜ਼ਾਂ ਨੇ, ਉਹ ਚੇਂਜ ਹਾਲਾਤ ਨਹੀਂ ਬਦਲ ਰਹੇ। ਔਰ ਇਹ RBI ਦਾ ਡਾਟਾ ਹੈ ਕਿ ਜਿਹੜਾ ਡੈਟ ਵੇਵਰ ਹੈ, ਜਿੱਥੇ ਆਪਣਾ ਤਾਂ ਸਿਰਫ 5% ਤੋਂ ਥੱਲੇ ਹੈ, ਤੇਲੰਗਾਨਾ ਦਾ 85%, ਤਮਿਲਨਾਡੂ ਦਾ 84%, ਯੂਪੀ ਦਾ 73%, ਮਹਾਰਾਸ਼ਟਰ ਦਾ 65%, ਸਭ ਤੋਂ ਘੱਟ ਇੱਥੇ। ਫਿਰ ਮੈਂ ਅਗਲੀ ਗੱਲ ਕੀਤੀ ਕਿ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ। ਗੰਨੇ ਦੇ ਕਿਸਾਨ ਦਾ ਇਹਨਾਂ ਨੇ 300 ਕਰੋੜ ਰੱਖਿਆ ਔਰ ਤੁਸੀਂ ਹੈਰਾਨ ਹੋਵੋਗੇ, ਆ ਜਿਹੜਾ ਕ੍ਰਸ਼ਿੰਗ ਸੀਜ਼ਨ ਚੱਲ ਰਿਹਾ ਹੈ, ਸਰਕਾਰੀ ਮਿੱਲਾਂ ਦਾ ਇਹਦਾ ਤੇ ਪਿਛਲਾ ਪਾ ਕੇ 385 ਕਰੋੜ ਬਕਾਇਆ। ਤੁਸੀਂ ਬਕਾਏ ਪੂਰੇ ਦੇ ਪੈਸੇ ਨਹੀਂ ਰੱਖੇ। ਟੋਟਲ ਬਕਾਇਆ 818 ਕਰੋੜ ਰੁਪਈਆ। ਡਾਈਵਰਸੀਫਿਕੇਸ਼ਨ ਹੋਣੀ ਕਿਵੇਂ ਹੈ ਜਦ ਹਰਿਆਣੇ 'ਚ ਰੇਟ ਸ਼ੂਗਰ ਕੇਨ ਦਾ 345 ਰੁਪਏ ਤੇ ਪੰਜਾਬ 'ਚ 310 ਹੈ, ਯੂਪੀ 'ਚ ਵੀ ਵੱਧ ਹੈ। 35 ਰੁਪਏ ਪਰ ਕੁਇੰਟਲ ਲਾਸ ਹੈ, ਕੋਈ 11,000 ਪਰ ਕਿੱਲਾ ਲਾਸ ਹੋ ਰਿਹਾ ਕਿਸਾਨ ਨੂੰ। ਫਿਰ ਡਾਈਵਰਸੀਫਿਕੇਸ਼ਨ ਕਿੱਥੋਂ ਹੋਣੀ ਹੈ? ਔਰ ਕੋਈ 262 ਕਰੋੜ ਦਾ ਉਹਨੂੰ ਹਰ ਸਾਲ ਕਿਸਾਨ ਨੂੰ ਆ ਗੰਨੇ ਦੇ ਰੇਟਾਂ ਕਰਕੇ ਲਾਸ ਹੋ ਜਾਂਦਾ। ਔਰ ਇਸ ਸਾਲ ਕੋਈ ਕਮੇਟੀ ਨਹੀਂ ਬੈਠੀ। ਪਿਛਲੇ ਸਾਲ ਦਾ ਰੇਟ ਉਹੀ ਚੱਲੀ ਜਾਂਦਾ। ਹਰ ਸਾਲ SAP ਸ਼ੂਗਰ ਦੀ ਪ੍ਰਾਈਸ ਸਰਕਾਰ ਸੂਬੇ ਦੀ ਅਨਾਉਂਸ ਕਰਦੀ ਹੈ। ਪੰਜਾਬ ਏਡੀ ਆਪਦੇ ਕਿਸਾਨਾਂ ਦੇ ਉਲਟੇ ਕੁਝ ਨਹੀਂ ਕੀਤਾ। ਫਲੈਗਸ਼ਿਪ 2 ਪ੍ਰੋਗਰਾਮ ਚੱਲਦੇ ਆ ਗਵਰਨਮੈਂਟ ਆਫ ਇੰਡੀਆ ਦੇ 60-40 ਦੇ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ। ਸਾਡੀ ਸਰਕਾਰ ਵੇਲੇ 1036 ਕਰੋੜ ਅਸੀਂ ਵਰਤਿਆ ਉਹਦੇ 'ਚ, ਤੇ ਇਹਨਾਂ ਨੇ 302 ਕਰੋੜ ਵਰਤਿਆ ਹੁਣ ਤੱਕ ਸਿਰਫ। ਔਰ ਕਮਾਲ ਦੀ ਗੱਲ ਹੈ, ਇਸ ਸਾਲ ਦੀ ਤਾਂ ਮੀਟਿੰਗ ਹੀ ਸਾਰੇ ਸਾਲ ਨਹੀਂ ਕੀਤੀ, ਆ 23/2/21 ਨੂੰ ਜਾ ਕੇ ਇਹਨਾਂ ਨੇ ਇੱਕ ਮੀਟਿੰਗ ਕੀਤੀ ਹੈ। ਫਿਰ ਮੈਂ ਦੂਜੀ ਗੱਲ ਕੀ ਕੀਤੀ ਕਿ ਸਾਡੀ ਗੱਲ ਛੱਡੋ, ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਹੈਰਾਨ ਕਰ ਦੂੰ, ਲੋਕੀ ਕਮਾਲ ਅੱਛ ਕਰ ਉੱਠਣਗੇ। ਹੈਰਾਨ ਤਾਂ ਘੱਟ ਕੀਤਾ, ਪਰੇਸ਼ਾਨ ਵੱਧ ਕੱਢਤਾ। ਕਰਜ਼ਾ 1,82,000 ਕਰੋੜ ਤੋਂ ਵਧਾ ਕੇ FM ਆਪ ਦੀ ਬਜਟ ਸਪੀਡ 'ਚ ਕਹਿ ਰਿਹਾ 2,73,000 ਹੋ ਜਾਣਾ। ਔਰ ਮੈਂ ਆਪ ਕਹੀ ਕਿ ਇਹ ਤਾਂ ਤੁਹਾਡੇ ਬਜਟ ਐਸਟੀਮੇਟਸ ਨੇ, ਜਦ ਤੱਕ ਸਾਲ ਖਤਮ ਹੋਊਗਾ 22 ਤੱਕ ਇਹ 2,90 ਤੋਂ 3 ਵੀ ਜਾ ਸਕਦੇ। ਔਰ ਇਹੀ ਗੱਲ ਕੈਗ ਨੇ ਆਪ ਦੀ ਰਿਪੋਰਟ 'ਚ ਕਹੀ ਹੈ, ਕੰਟਰੋਲਰ ਔਰ ਆਡੀਟਰ ਜਨਰਲ ਨੇ, ਕਿ ਪੰਜਾਬ ਡੈਟ ਟੂ ਡਬਲ ਇਨ 5 years। ਕੀ ਇਹ ਵੀ ਝੂਠ ਬੋਲ ਰਹੇ? ਔਰ ਅਗਲੀ ਗੱਲ ਇਹਨਾਂ ਨੇ ਕੈਗ ਕੀ ਕਹਿੰਦੀ ਹੈ ਕਿ ਇਹਨਾਂ ਨੇ ਕਰਜ਼ਾ ਵਧਾ ਲਿਆ, ਕਰਜ਼ਾ ਲੱਖ ਵਧਾਤਾ। ਸੋਸ਼ਲ ਸੈਕਟਰ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਹੈ, ਵੈਲਫੇਅਰ ਸੂਬੇ ਦੀ ਰੀੜ੍ਹ ਦੀ ਹੱਡੀ ਹੈ, ਜਿਸ 'ਚ ਐਜੂਕੇਸ਼ਨ, ਹੈਲਥ ਤੇ ਹੋਰ ਖਰਚੇ ਆ ਜਾਂਦੇ ਆ, SC ਸਕਾਲਰਸ਼ਿਪ, ਉਹਦਾ ਖਰਚਾ ਇਹਨਾਂ ਨੇ ਅੱਧ ਕਰਤਾ। 45,000 ਕਰੋੜ ਤੋਂ ਘਟਾ ਕੇ ਇਹ 48,270 ਕਰੋੜ ਤੋਂ ਘਟਾ ਕੇ 16-17 'ਚ 24,896 ਕਰੋੜ 19-20 'ਚ ਆਏ। ਇਹ ਵੀ RBI ਦਾ ਡਾਟਾ।
all ਅਖਬਾਰਾਂ social sector spending cut by 50%। ਇਸੇ ਤਰ੍ਹਾਂ ਜਿਹੜੀ ਇੰਡਸਟਰੀਅਲ growth ਹੈ ਉਹ ਵੀ ਡਿਕਲਾਈਨ ਕਰ ਗਈ ਹੈ। ਸਟੇਟ ਸ਼ਾਈਂਗ ਅਵੇ ਫਰਮ ਸਪੈਂਡਿੰਗ ਔਨ ਹੈਲਥ ਐਜੂਕੇਸ਼ਨ, ਇਹ ਸਾਰੀ ਚੀਜ਼ਾਂ ਬੜੇ ਵਿਸਥਾਰ ਤਰੀਕੇ ਨਾਲ ਅਖਬਾਰਾਂ ਨੇ ਲਿਖੀਆਂ। ਔਰ ਵੱਡੀ ਗੱਲ, ਜਿਹੜਾ 10 ਰੁਪਏ ਬਿਜਲੀ ਦਾ ਰੇਟ ਹੈ, ਅੱਜ ਸਾਰੀ ਇੰਡਸਟਰੀ ਨੇ ਕੀ ਕਿਹਾ, ਕਿਸਾਨਾਂ ਨੇ ਤੁਹਾਡਾ ਬਜਟ ਰਿਜੈਕਟ ਕਰਤਾ, ਐਸਸੀ ਭਾਈਚਾਰੇ ਨੇ ਤੁਹਾਡਾ ਕਰਤਾ, ਮੁਲਾਜ਼ਮਾਂ ਨੇ ਕੱਲ ਅਸੈਂਬਲੀ ਦਾ ਘਿਰਾਓ ਕਰਕੇ ਤੁਹਾਡਾ ਕਰਤਾ। ਇੰਡਸਟਰੀ ਬਾਰੇ ਲਿਖਿਆ ਬਜਟ ਕ੍ਰਸ਼ਿਸ ਇੰਡਸਟਰੀਜ਼ ਬਾਉਂਸ ਬੈਕ ਹੋਪਸ, ਤੇ ਕਈ ਇੰਡਸਟਰੀ ਵਾਲਿਆਂ ਨੇ ਤਾਂ ਇਹ ਕਹਿਤਾ ਕਿ ਸ਼ਾਇਦ ਇਹ ਤੋਂ ਡਿਸਅਪੁਆਇੰਟਿੰਗ ਬਜਟ ਹੀ ਨਹੀਂ ਪੰਜਾਬ 'ਚ ਪੇਸ਼ ਹੋਇਆ। ਇਹ ਹਾਲਾਤ ਇੰਡਸਟਰੀ ਦੇ ਇਹ ਸਾਰਿਆਂ ਨੇ ਕੱਲ ਕੀਤੇ। ਔਰ ਵੱਡੀ ਗੱਲ ਵੇਖੋ, ਚੋਰ ਮੋਰੀਆਂ ਕਿਹੜੀਆਂ ਰੱਖ ਰਹੇ ਉਹਦੇ ਵਿੱਚ, ਇਹਨਾਂ ਨੇ 2021 ਦਾ ਇੱਕ ਪੇਸ਼ ਕੀਤਾ ਕਿ ਸਾਡਾ ਜਿਹੜਾ ਕਰਜ਼ਾ 2,52,880 ਕਰੋੜ ਔਰ ਇੱਕ 8,360 ਕਰੋੜ ਰੁਪਈਆ ਇਹਨਾਂ ਨੇ ਲਿਖ ਕੇ ਪਿੱਛੇ ਪਾਸੇ ਛੱਡਤੀ ਆ। ਉਹ ਤੇ ਧਿਆਨ ਨਾਲ ਪੜੋ, ਆ ਥੱਲੇ ਲਿਖਿਆ ਜੀ, ਇਸ ਕਾਗਜ਼ ਦੇ ਬੜੇ ਧਿਆਨ ਨਾਲ ਪੜਿਓ। ਉਹਦੇ 'ਚ ਲਿਖਿਆ ਐਕਸਕਲੂਡਿੰਗ 8359 ਕਰੋੜ ਰਿਸੀਵਡ ਐਜ਼ ਬੈਕ ਟੂ ਬੈਕ ਲੋਨਸ in lieu of GST compensation during the year 2021। ਇਹਦਾ ਮਤਲਬ ਕੀ ਹੈ ਕਿ ਇਹ 252 ਖਜ਼ਾਨਾ ਮੰਤਰੀ ਨੂੰ ਮੈਂ ਇਸ ਗੱਲ ਤੇ ਚੈਲੰਜ ਕਰਦਾ, ਇਹ ਦੱਸ ਦੇਣ ਕਿ ਇਹ ਕਰਜ਼ਾ ਜਿਹੜਾ ਹੈ, ਇਹ ਕਹਿਣਗੇ ਜੀ ਨਹੀਂ ਇਹਦਾ ਤਾਂ ਜਿਹੜਾ ਜਿਹੜੀ ਇੰਟਰਸਟ ਹੈ ਜਾਂ ਪ੍ਰਿੰਸੀਪਲ ਹੈ ਉਹ ਗਵਰਨਮੈਂਟ ਆਫ ਇੰਡੀਆ ਨੇ ਦੇਣਾ, ਠੀਕ ਹੈ, ਮਗਰ ਇਹ ਬੋਲੂ ਕਿਹਦੇ ਖਾਤੇ? ਇਹ ਲੋਨ ਬੋਲੂ ਪੰਜਾਬ ਸਰਕਾਰ ਦੇ ਖਾਤੇ। ਤੁਸੀਂ ਕਿਉਂ ਲੁਕੋ ਰਹੇ ਹੋ ਇਸ ਫਿਗਰ ਨੂੰ? ਇੱਥੇ ਬੜਾ ਛੋਟਾ ਜਿਵੇਂ ਉਹ ਗੱਡੀ ਲੈਣ ਜਾਓ ਨਾ, ਉਹ 'ਚ ਲਿਖਿਆ ਹੁੰਦਾ ਕਿ ਆ ਗੱਡੀ 'ਚ ਬੜੀਆਂ ਚੀਜ਼ਾਂ ਵਿਖਾ ਦਿੰਦੇ, ਥੋੜਾ ਜਿਹਾ ਹੌਲੀ ਦੇਣੀ, ਥੱਲੇ ਲਿਖ ਦਿੰਦੇ ਕਿ ਇਹ ਤਾਂ ਫੋਟੋ ਵਾਸਤੇ ਆ, ਇਹ ਮਿਲਣੀਆਂ ਨਹੀਂ ਨਾਲ। ਉਹ ਹਾਲਾਤ ਕੀਤੇ ਪਏ ਆ, ਇਹੋ ਜਿਹਾ ਕੰਮ ਖਜ਼ਾਨਾ ਮੰਤਰੀ ਸਾਹਿਬ ਦਾ। ਫਿਰ ਅੱਗੇ ਕੀ ਕਹਿੰਦੇ ਆ, ਇਹ ਆਮ ਤੌਰ ਤੇ ਸਾਰੇ ਭਾਸ਼ਣ 'ਚ ਕਿਹਾ ਜੀ ਕਿ ਸਾਡੀ ਜਿਹੜੀ GSDP ਹੈ ਉਹ, ਕਿਉਂਕਿ ਕੋਵਿਡ ਕਰਕੇ ਬਾਰ-ਬਾਰ ਕਹਿ ਰਹੇ ਸਾਡੀ ਆਮਦਨ ਘਟੀ, ਮਗਰ ਫਿਗਰਸ ਦੀ ਉਹਦੇ ਵਿੱਚ ਫਜਿੰਗ ਵੇਖੋ ਕੀ ਕੀਤੀ ਆ ਕਿ 19-20 ਤੋਂ 5,74,760 ਸੀ GSDP, ਹੁਣ ਸ਼ੋ ਕਰਤੀ 6,06,335 ਜਾਂ ਕੁਛ, ਮਤਲਬ ਕਿ ਵਧਾਤੀ। ਜੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਰੋਨਾ ਕਾਲ 'ਚ ਜੀ ਸਾਡੀ ਆਮਦਨ ਘਟ ਗਈ ਹੈ, ਹਰ ਜਗ੍ਹਾ ਕਹਿ ਰਹੇ ਹੋ, ਤੇ ਤੁਸੀਂ ਵਧਾਈ ਕਿਵੇਂ ਸ਼ੋ ਕਰਤੀ? ਮਗਰ ਅੱਗੇ ਜਾ ਕੇ ਇੱਕ ਬਜਟਡ ਗਲਾਂਸ ਤੇ ਫਿਰ ਇਸੇ ਪੇਜ ਇਹਦੇ ਤੇ ਅੱਗੇ ਜਾ ਕੇ ਕਹਿੰਦੇ ਆ ਕਿ ਨਹੀਂ, ਸਾਡੇ ਪੇਜ 9 'ਚ ਕਹਿੰਦੇ ਆ ਕਿ GSDP ਦੀ ਜਿਹੜੀ ਪਰਸੈਂਟੇਜ ਹੈ ਉਹ -6.41 ਹੋ ਗਈ। ਜੇ ਮਾਈਨਸ ਹੋ ਗਈ ਪਰਸੈਂਟੇਜ ਤੇ ਫਿਰ 5,74,000 ਤੋਂ ਵੱਧ ਕਿਵੇਂ ਸ਼ੋ ਕਰਤੀ? ਔਰ ਜੇ ਤੁਸੀਂ ਇਹ ਨਵੀਂ ਫਿਗਰ ਜਿਹੜੀ ਇਹਨਾਂ ਦੀ ਫਿਗਰ ਲਓ ਤੇ ਉਸ ਹਿਸਾਬ ਨਾਲ ਡੈਟ ਟੂ GSDP ਰੇਸ਼ੋ ਜਿਹੜਾ ਇਹ ਕਹਿ ਰਿਹਾ ਹੁਣ 42% ਹੈ, 42 ਨਹੀਂ, ਇਹ 46.42% ਹੋਣਾ ਔਰ ਅਗਲੇ ਸਾਲ ਤੱਕ ਇਹ 48 ਤੋਂ 50% ਚਲੇ ਜਾਊ। ਕਦੇ ਵੀ ਡੈਟ ਟੂ GSDP ਰੇਸ਼ੋ ਦੇ ਇਹ ਹਾਲਾਤ ਨਹੀਂ ਰਹੇ। ਇਸੇ ਤਰ੍ਹਾਂ ਅੱਗੇ ਜਿਹੜੀ ਸੋਸ਼ਲ ਸੈਕਟਰ ਦੀ ਸਪੈਂਡਿੰਗ ਹੈ, ਨਾਲ ਦੇ ਸੂਬੇ ਹਰਿਆਣਾ ਦੀ 50% ਇਨਕਰੀਜ਼, ਪੰਜਾਬ ਦੀ 50% ਡਿਕਰੀਜ਼, ਉੜੀਸਾ 65% ਇਨਕਰੀਜ਼, ਰਾਜਸਥਾਨ 40% ਇਨਕਰੀਜ਼। ਓਨਲੀ ਸਟੇਟ ਗਵਰਨਮੈਂਟ ਜਿਹਦੇ ਸੋਸ਼ਲ ਸੈਕਟਰ 'ਚ ਸਪੈਂਡਿੰਗ, ਔਰ ਇਹ RBI ਦੇ ਫਿਗਰਸ ਨੇ ਜੀ, ਕੱਢ ਕੇ ਵੇਖ ਲਿਓ ਕਿ ਇਹਨਾਂ ਦੀ 50% ਘਟ ਗਈ। ਔਰ ਸੋਸ਼ਲ ਸੈਕਟਰ ਕਿਹੜੇ? ਉਹੀ ਪੈਨਸ਼ਨ, ਵੈਲਫੇਅਰ ਸੂਬਾ, ਜਿੱਥੇ ਵੈਲਫੇਅਰ ਭਲੇ ਦਾ ਕੰਮ ਸੀ ਉਹ ਸਾਰੇ ਖਰਚੇ ਘਟਾਤੇ। ਮੈਂ ਕਿਹਾ ਵੈਸੇ ਤਾਂ ਤੁਸੀਂ ਸਾਰਾ ਦਿਨ ਦਿੱਲੀ ਨੂੰ ਕਹਿੰਦੇ ਹੋ ਦਿੱਲੀ ਮਾੜੀ ਬੜੀ ਹੈ, ਮਗਰ ਜੇ ਦਿੱਲੀ ਦੇ ਜਿੰਨੇ ਪੈਸੇ ਆ ਜਾਂਦੇ, ਚਾਹੇ ਉਹ GST ਹੈ, ਚਾਹੇ ਉਹ ਗ੍ਰਾਂਟਸ ਐਂਡ ਏਡ ਹੈ, ਚਾਹੇ ਉਹ ਫਾਈਨੈਂਸ ਕਮਿਸ਼ਨ 14 ਦਾ 15 ਹੈ, ਉਹ ਤੁਹਾਡੀ ਸਰਕਾਰ ਤਾਂ ਚੱਲ ਹੀ ਉਸੇ ਤੇ ਰਹੀ ਹੈ। ਔਰ ਤੁਸੀਂ ਵੀ ਦਿੱਲੀ ਨਾਲ ਰਲ ਕੇ ਚੱਲਦੇ ਹੋ। ਜੇ ਤੁਸੀਂ ਦਿੱਲੀ ਦੇ ਐਡੇ ਉਲਟ ਹੋ
ਤੇ ਵੈਟ ਤੇ ਘਟਾ ਦਿਓ ਡੀਜ਼ਲ ਪੈਟਰੋਲ ਤੇ, ਤੁਸੀਂ ਕਿਉਂ ਨਹੀਂ ਘਟਾਉਂਦੇ? ਦਿਓ ਸਵੇਰੇ ਲੋਕਾਂ ਨੂੰ ਰਾਹਤ। ਮਗਰ ਉਹ ਕੰਮ ਤੇ ਵੀ ਚੁੱਪੀ। ਵੈਟ 27.26% ਵੈਟ ਤੇ ਪੈਟਰੋਲ ਤੇ 17.5% ਡੀਜ਼ਲ ਤੇ, ਜਿਹਦਾ ਜ਼ਿਕਰ ਹੀ ਕੋਈ ਨਹੀਂ ਕਿ ਉਹ ਘਟਾਉਣਾ ਕਿ ਨਹੀਂ ਘਟਾਉਣਾ। ਇਸੇ ਤਰ੍ਹਾਂ ਅੱਜ ਸ਼ੁਕਰ ਹੈ ਮੈਨੂੰ ਤਾਂ ਗੱਲ ਦੀ ਖੁਸ਼ੀ ਹੋਈ ਕਿ ਸਾਰੇ ਵਜ਼ੀਰ ਉੱਥੇ ਬੁੜਕਣ ਲਾਤੇ, ਸੁੱਤੇ ਪਏ ਸੀ, ਇੱਕ ਤੋਂ ਬਾਅਦ ਇੱਕ ਬੁੜਕੇ, ਇੱਕ ਤੋਂ ਬਾਅਦ ਇੱਕ ਬੁੜਕੇ। ਮੈਂ ਵੀ ਸੋਚਿਆ ਜੇ ਮੈਂ ਬੋਲ ਕੇ ਲੰਘ ਜਾ ਤੇ ਕੋਈ ਉੱਠੇ ਨਾ ਤੇ ਫਿਰ ਮੇਰੀ ਵੀ ਬੜੀ ਵੱਡੀ ਨਲਾਇਕੀ ਹੈ। ਮਗਰ ਮੈਂ ਇਹ ਜਿਹਾ ਵੀ ਨਹੀਂ ਕਿ ਮੈਨੂੰ ਦੱਬ ਲੈਣਗੇ ਤੇ ਮੈਂ ਦੱਬਿਆ ਜਾਊਂ। ਠੋਕ ਕੇ ਲੋਕਾਂ ਦੀ ਗੱਲ ਕਰਕੇ ਆਊਂਗਾ। ਔਰ ਹੈਰਾਨਗੀ ਦੀ ਗੱਲ, ਅੱਜ ਉਹ ਜਿਹੜਾ ਹੈ ਨਾ, ਜਿਹੜਾ ਮੁੱਖ ਮੰਤਰੀ ਬੜੀ ਛੇਤੀ ਨਾਲ ਬਣਨਾ ਚਾਹੁੰਦਾ, ਜਿਹਨੇ ਘੱਟੋ ਘੱਟ 7 ਤਾਂ ਪਿਓ ਬਦਲਤੇ। ਪਹਿਲਾਂ ਇਹ ਕਹਿੰਦਾ ਸੀ ਮੇਰਾ ਡੈਡੀ ਆਪਣਾ ਵਾਜਪਾਈ ਸਾਹਿਬ, ਫਿਰ ਕਹਿੰਦਾ ਸੀ ਮੇਰਾ ਡੈਡੀ ਅਡਵਾਨੀ ਸਾਹਿਬ, ਫਿਰ ਕਹਿੰਦਾ ਸੀ ਮੇਰਾ ਡੈਡੀ ਪ੍ਰਕਾਸ਼ ਸਿੰਘ ਬਾਦਲ, ਫਿਰ ਕਹਿੰਦਾ ਸੀ ਜੇਟਲੀ ਸਾਹਿਬ, ਫਿਰ ਕਹਿੰਦਾ ਸੀ ਕੈਪਟਨ ਸਾਹਿਬ, ਫਿਰ ਕਦੇ ਵਿੱਚ ਮਾੜਾ ਮੋਟਾ ਕੇਜਰੀਵਾਲ ਨੂੰ ਵੀ ਹੁਣ ਅੱਜ ਕੱਲ੍ਹ ਬੌਂਦਲਿਆ ਫਿਰਦਾ, ਉਹ ਵੀ ਬੁੜਕੇ। ਉਹ ਵੀ ਇੱਕ ਕੀ ਕਹਿੰਦਾ ਸੀ, ਇੱਕ ਆਪਦੀ ਵੀਡੀਓ ਚੜਾਈ ਸੀ ਉਹਨੇ ਕਿ 1% ਲੋਕ ਹੀ ਸਾਰਾ ਕੁਝ ਖਾਈ ਜਾਂਦੇ, 99 ਤਾਂ ਮਾਲ ਲੁੱਟਿਆ ਜਾ ਰਿਹਾ। ਅੱਜ ਜਦ ਮੈਂ ਗੱਲ ਕੀਤੀ ਤੇ ਫਿਰ ਉੱਥੇ ਅੰਦਰ ਨਹੀਂ ਬੋਲਦਾ, ਤੁਹਾਨੂੰ ਬੋਲ ਬਾਲ ਕੇ ਅੰਦਰ ਪਤਾ ਨਹੀਂ ਕਿਹੜਾ ਸੱਪ ਸੁੱਕ ਜਾਂਦਾ ਉਹਨੂੰ, ਕਿ ਅੰਦਰ ਬੋਲਦਾ ਹੀ ਨਹੀਂ। ਉਹੀ ਗੱਲ RBI ਨੇ ਆਪਣੇ ਫਿਗਰਸ 'ਚ ਲਿਖਤੀ ਹੈ ਕਿ ਸਟੇਟਸ ਓਨ ਜਿਹੜੀ ਰੈਵਨਿਊਜ਼ ਦੀ ਇਨਕਰੀਜ਼ ਹੈ ਪੰਜਾਬ ਦੀ ਓਨਲੀ 11%। ਇੰਨੀ ਤਾਂ ਇਨਫਲੇਸ਼ਨ ਨਾਲ ਵੀ ਵੱਧ ਰਹੀ ਹੈ। ਇਨਫਲੇਸ਼ਨ ਵੀ 7-8% ਦੇ ਹਿਸਾਬ ਨਾਲ ਵੱਧ ਰਹੀ ਹੈ, ਜਦਕਿ ਰਾਜਸਥਾਨ 49.72%, ਗੁਜਰਾਤ 50%, ਉੜੀਸਾ 44%। ਔਰ ਇਹ ਹੈ ਕਿਉਂ? ਕੋਰੋਨਾ ਕਾਲ 'ਚ ਨਾ ਡੀਜ਼ਲ ਪੈਟਰੋਲ ਦੇ ਰੇਟ ਘਟੇ, ਕੱਲਾ ਮਾਈਨਿੰਗ ਮਾਫੀਆ ਦਾ 300 ਕਰੋੜ ਮਾਫ ਤੇ ਲਿਕਰ ਮਾਫੀਆ ਦੇ ਅੱਡ ਕਈ ਹਜ਼ਾਰਾਂ ਕਰੋੜ, ਉਹਨਾਂ ਦੇ 100 ਕਰੋੜ ਮਾਫ ਕਰਤੇ। ਮਗਰ ਜਿੱਥੇ ਕਰਨਾ ਸੀ ਉੱਥੇ ਕਰਨਾ ਨਹੀਂ। ਔਰ ਬਾਰ-ਬਾਰ ਬੜੀ ਹੈਰਾਨਗੀ ਹੋਈ, ਪਰ ਕੈਪੀਟਾ ਇਨਕਮ ਇਹਨਾਂ ਨੇ ਆਪਦੀ 18-19 ਦੇ ਸਪੀਚ 'ਚ ਵੀ ਜ਼ਿਕਰ ਕੀਤਾ, 20-21 'ਚ ਵੀ ਕੀਤਾ। ਮਗਰ ਐਤਕੀ ਜਿਹੜਾ ਅਬ 21-22 ਦਾ ਉਹਦੇ 'ਚ ਜ਼ਿਕਰ ਕਰਨਾ ਛੱਡ ਕੇ, ਕਿਉਂ? ਕਿਉਂਕਿ ਜਿਹੜਾ ਪਰ ਕੈਪੀਟਾ ਇਨਕਮ ਹੈ ਉਹ ਪੰਜਾਬ ਦੀ ਪਹਿਲੀ ਵਾਰੀ ਨੈਸ਼ਨਲ ਐਵਰੇਜ ਤੋਂ ਘਟ ਗਈ ਹੈ। ਇਹ ਵੀ ਅਖਬਾਰਾਂ ਨੇ ਲਿਖਿਆ। ਮਤਲਬ ਤੁਸੀਂ ਝੂਠ ਬੋਲ ਕੇ, ਹੱਥ ਦੀ ਸਫਾਈ ਕਰਕੇ ਤੁਸੀਂ ਕਹੋ ਕਿ ਅਸੀਂ ਕਹਿ ਦਿਆਂਗੇ ਕਿ ਸਭ ਕੁਝ ਕਰਤਾ। ਇਫ ਤੁਹਾਡੀ ਫਾਈਨੈਂਸ਼ੀਅਲ ਹਾਲਾਤ ਇੰਨੇ ਚੰਗੇ ਨੇ ਕਿ ਤੁਸੀਂ ਵੈਟ ਘਟਾ ਦਿਓ ਯਾਰ, ਲੋਕਾਂ ਨੂੰ ਰਾਹਤ ਦੇ ਦਿਓ। ਤੁਹਾਡੇ ਫਾਈਨੈਂਸ਼ੀਅਲ ਹਾਲਾਤ ਇੰਨੇ ਚੰਗੇ ਨੇ ਤੇ ਜਿਹੜੇ ਮੁਲਾਜ਼ਮ ਰੌਲਾ ਪਾ ਰਹੇ ਕੰਟਰੈਕਚੁਅਲ ਪੱਕੇ ਉਹਨੂੰ, ਜਾਂ ਜਿਹੜਾ ਉਹਨਾਂ ਦਾ ਪੇ ਕਮਿਸ਼ਨ ਲਾਗੂ ਕਰਨਾ, ਉਹ 1/7 ਤੋਂ ਕਿਉਂ? ਉਹ ਰੈਟਰੋਸਪੈਕਟਿਵਲੀ ਕਰ ਲਓ ਜਿਹੜਾ ਉਹ ਕਹਿ ਰਹੇ ਆ। ਇਸੇ ਤਰ੍ਹਾਂ ਜਿਹੜੇ SC ਸਕਾਲਰਸ਼ਿਪ ਹੈ, ਔਰ ਮੈਂ ਇੱਕ ਲਿਸਟ ਲੈ ਕੇ ਆਇਆ, ਮੈਂ ਅੱਜ ਡਿਮਾਂਡ ਵੀ ਕੀਤੀ ਹੈ ਕਿ ਹਾਊਸ ਕਮੇਟੀ ਬਣੇ ਜੀ ਇਹਦੇ ਤੇ। ਇਹਨਾਂ ਨੇ ਬਣਾਉਣੀ ਤਾਂ ਨਹੀਂ ਹੈ, ਆ ਇੱਕ ਬੜੀ ਲੰਮੀ ਚੌੜੀ ਲਿਸਟ ਹੈ ਜੀ। ਇਹਨਾਂ ਨੇ ਪਹਿਲਾਂ ਤਾਂ ਹਾਂ ਆ ਰਹੀ ਜੀ, ਦੇਖੋ ਸਾਰੇ ਮਹਾਂਪੁਰਖਾਂ ਦਾ ਨਾਮ। ਮੈਂ ਇਹਨਾਂ ਨੇ ਇੱਕ ਗੱਲ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਸਟੇਟ ਲਾਅ ਯੂਨੀਵਰਸਿਟੀ। ਹੁਣੇ ਹੀ ਮੈਂ ਕਹਿੰਦਾ, ਹੁਣੇ ਹੀ ਆਪਦੇ ਤਰਨ ਵਾਲੇ ਨੂੰ ਕਹੋ ਕਿ ਜਾ ਕੇ ਲੱਭ ਕੇ ਲਿਆਵੇ ਯੂਨੀਵਰਸਿਟੀ ਹੈ ਕਿਤੇ। ਯੂਨੀਵਰਸਿਟੀ ਕੋਈ ਖਡਾਉਣਾ ਜਿਹੜਾ ਲੱਭੇ ਨਾ ਅੱਗੇ। ਇੱਕ ਗਰਲਜ਼ ਕਾਲਜ ਹੈ ਕੈਰੋਂ ਪਿੰਡ 'ਚ, ਉਹ 1916 ਦਾ ਬਣਿਆ, ਉਹਨੂੰ ਡਿਕਲੇਅਰ ਕਰਤਾ ਯੂਨੀਵਰਸਿਟੀ। ਨਾ ਉੱਥੇ ਕੋਈ ਸਟਾਫ, ਨਾ ਲੈਣਾ ਨਾ ਦੇਣਾ, ਇੱਕ ਦੀਵਾਨੀ ਨਹੀਂ ਦਿੱਤੀ, ਇੱਕ ਬੱਚਾ ਨਹੀਂ ਪੜ੍ਹਦਾ, ਕੋਈ ਐਕਟ ਨਹੀਂ, ਉਹਦੇ ਕੋਈ ਅੱਗੇ ਕਲਾਸਾਂ ਨਹੀਂ ਲੱਗਦੀਆਂ। ਇਹ ਕਹਿੰਦੇ ਅਸੀਂ ਯੂਨੀਵਰਸਿਟੀ ਬਣਾਤੀ ਗੁਰੂ ਸਾਹਿਬ ਦੇ ਨਾਂ ਤੇ। ਠੱਗੀ। ਹੁਣ ਵੀ ਕਹਿਤਾ ਮੈਂ 100 ਕਰੋੜ ਰੱਖਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਕਿੱਲ ਯੂਨੀਵਰਸਿਟੀ, ਮੈਂ ਚੰਨੀ ਸਾਹਿਬ ਨੂੰ ਕਿਹਾ, ਵੈਸੇ ਉਹਦੀ ਗਲਤੀ ਕੋਈ ਨਹੀਂ, ਬੁੜਕਤੇ ਤਾਂ ਉਹ ਵੀ ਉੱਠੇ ਬੜੀ ਛੇਤੀ ਨਾਲ। ਕਹਿੰਦਾ ਕੰਧ ਬਣ ਗਈ 40 ਏਕੜ ਲੈ ਲਿਆ। ਉਹ ਬਾਬਾ 40 ਏਕੜ ਲਏ ਨਾਲ ਕੰਧ ਬਣੇ ਨਾਲ ਯੂਨੀਵਰਸਿਟੀ ਤਾਂ ਨਹੀਂ ਬਣ ਜਾਂਦੀ। ਮੈਂ ਤਾਂ ਇੰਨੀ ਕਹਿ ਰਿਹਾ ਯੂਨੀਵਰਸਿਟੀ ਬਣੀ ਨਹੀਂ। ਔਰ ਯੂਨੀਵਰਸਿਟੀ ਐਲਾਨ ਕਿੰਨੀ ਵਾਰੀ ਦਿੱਤੀ ਹੈ, ਆ ਕਮਾਲ ਹੋ ਗਈ। ਇਹ ਯੂਨੀਵਰਸਿਟੀ ਐਲਾਨੀ ਗਈ ਹੈ, ਇਹ 18-19 'ਚ ਵੀ ਐਲਾਨੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਐਲਾਨੀ 18-19। ਬੰਦਾ ਸਮਝੇ 1 ਸਾਲ ਨਹੀਂ ਬਣੀ, 2 ਸਾਲ ਨਹੀਂ ਬਣੀ, 3 ਸਾਲ ਨਹੀਂ ਬਣੀ, 18-19 'ਚ ਐਲਾਨੀ। ਅੱਜ ਤੱਕ ਇੱਕ ਕਲਾਸ ਨਹੀਂ ਉਹਦੀ ਲੱਗ ਰਹੀ। ਜਾ ਕੇ ਜਾਓ, ਮੈਨੂੰ ਯੂਨੀਵਰਸਿਟੀ ਲੱਭ ਕੇ ਵਿਖਾ ਦਿਓ, ਜੋ ਤੁਸੀਂ ਕਹੋਗੇ ਮੰਨੂ। ਅਗਲਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ। ਉਹ ਪੰਜਾਬੀ ਯੂਨੀਵਰਸਿਟੀ ਦੇ ਤਾਂ ਚੀਕਾਂ ਨਿਕਲੀਆਂ ਪਈਆਂ।
150 ਕਰੋੜ ਉਹਦਾ ਦੇਣ ਵਾਲਾ। ਨਵੀਂ ਤੁਸੀਂ ਕਿੱਥੋਂ ਖੋਲ ਦੇਣੀ? ਮਹਿੰਦਰਾ ਕਾਲਜ ਦਾ ਪ੍ਰਿੰਸੀਪਲ ਇੰਚਾਰਜ ਲਾਤਾ, ਇੱਕ ਨਿੱਕੇ ਜਿਹੇ ਦਫ਼ਤਰ ਤੋਂ ਚਲਾਤੀ ਹੈ, ਕਹਿੰਦੇ ਯੂਨੀਵਰਸਿਟੀ ਖੁੱਲ ਗਈ। ਇਜ਼ ਦਿਸ ਦ ਵੇ? ਫਿਰ ਬੇਬੇ ਨਾਨਕੀ ਗਰਲਸ ਕਾਲਜ ਸੁਲਤਾਨਪੁਰ ਲੋਧੀ ਜਾਓ, ਲੱਭ ਕੇ ਲਿਆਵੇ ਕੋਈ, ਇੱਕ ਇੱਟ ਲਾਈ ਹੋਵੇ। ਹਰ ਗਲਤੀ ਝੂਠ। ਫਿਰ ਕਹਿੰਦੇ ਜੀ ਉਹ ਆਪਣਾ ਅੰਬੇਦਕਰ ਸਾਹਿਬ ਦੀ ਸਕਾਲਰਸ਼ਿਪ ਬਣਾਈ ਸੀ ਕਿ ਨਹੀਂ ਬਣਾਈ ਸੀ? ਡਾਕਟਰ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੇ 60-40 ਦੀ ਰੇਸ਼ੋ ਨਾਲ ਇੱਕ ਨੂੰ ਵੀ ਸਕਾਲਰਸ਼ਿਪ ਮਿਲੀ ਹੋਵੇ, ਇੱਕ ਨੂੰ ਵੀ। ਸੀਐਮ ਸਾਹਿਬ ਦੇ ਜ਼ਿਲ੍ਹੇ 'ਚ ਠੱਗੀ। ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 550 ਸਾਲੇ ਨੂੰ ਸਮਰਪਿਤ ਸੈਂਟਰੀ ਸੈਲੀਬ੍ਰੇਸ਼ਨ ਉਹਨਾਂ ਦੇ ਉਹਦੇ ਉੱਤੇ ਠੱਗੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕਹਿੰਦੇ ਜੀ 3 ਚੇਅਰਾਂ ਚਲਾਤੀਆਂ, ਜਾਓ ਅੱਜ ਪੁੱਛ ਲਓ ਜਾ ਕੇ। ਬਾਬਾ ਬੁੱਢਾ ਸਾਹਿਬ ਚੇਅਰ ਨਹੀਂ ਚੱਲਦੀ, ਸੰਤ ਪ੍ਰੇਮ ਸਿੰਘ ਮਰਾਰੇ ਵਾਲਿਆਂ ਦੀ ਚੇਅਰ ਨਹੀਂ ਚੱਲਦੀ, ਸਤਿਗੁਰ ਰਾਮ ਸਿੰਘ। ਇਹ ਹੁਣ ਕੱਲ ਕੀ ਕਹਿਣਗੇ? ਦੇਖੋ ਇਹ ਤਾਂ ਹੱਥ ਦੀ ਸਫਾਈ ਹੈ, ਅਸੀਂ ਤਾਂ ਫੰਡ ਜਾਰੀ ਕਰਤੇ, ਉਹ ਥੱਲੇ ਲੱਗੇ ਹੀ ਨਹੀਂ, ਕੋਈ ਹੈ ਹੀ ਨਹੀਂ ਥੱਲੇ ਕੁਛ। ਜਾਓ ਅੱਜ ਲਾ ਕੇ ਲੱਭ ਲਓ ਸਾਰੀਆਂ ਚੇਅਰਾਂ, ਹਾਊਸ ਦੀ ਕਮੇਟੀ ਬਣ ਜੇ। ਇਸੇ ਤਰ੍ਹਾਂ ਮੈਂ ਸ਼ਹੀਦ ਭਗਤ ਸਿੰਘ ਜੀ ਤੇ ਪਹਿਲਾਂ ਹੀ ਗੱਲ ਦੱਸਤੀ ਸੀ, ਉਹ ਆਪਣਾ ਗੱਡੀ ਯਾਰੀ ਐਂਟਰਪ੍ਰਾਈਜ਼ਸ ਹਰਾ ਟਰੈਕਟਰ। ਫਿਰ ਕਹਿੰਦਾ ਜੈਤੋ ਦੇ ਮੋਰਚੇ ਦਾ ਮੈਮੋਰੀਅਲ ਬਣੂ। ਬਣਿਆ ਜੀ ਕਿਤੇ? ਤੂੰ ਤਾਂ ਉੱਥੋਂ ਦਾ ਹੀ ਆ ਭਰਾ, ਦੇਖਿਆ ਤੂੰ। ਇਸੇ ਤਰ੍ਹਾਂ ਪ੍ਰਗਟ ਨੂੰ ਕਹਿਤਾ ਸੀਗਾ, ਇਹ ਮੈਨੂੰ ਲੱਗਦਾ ਹਾਂ ਪ੍ਰਗਟ ਨੂੰ ਕਿਹਾ ਸੀ ਅੱਜ ਤੋਂ 2 ਸਾਲ ਪਹਿਲਾਂ, ਕਹਿੰਦੇ ਜੀ ਆਈਕੋਨਿਕ ਸਪੋਰਟਸ ਕੰਪਲੈਕਸ ਬਣੂ। ਉਹ ਪ੍ਰਗਟ ਸਿਓ ਉਹ ਵਿਚਾਰਾ ਰੌਲਾ ਰੂਲਾ ਤਾਂ ਬੜਾ ਪਾਉਂਦਾ, ਉਹਨੂੰ ਹੀ ਪੁੱਛ ਲਿਓ ਤਾਂ ਸੱਚ ਹੀ ਬੋਲਦਾ ਕਿ ਆਈਕੋਨਿਕ ਸਪੋਰਟਸ ਕੰਪਲੈਕਸ ਕੋਈ ਬਣਿਆ ਨਵਾਂ। ਇਸੇ ਤਰ੍ਹਾਂ ਬੜੀ ਲੰਮੀ ਲਿਸਟ ਸੀ, ਚਲੋ ਉਹਨਾਂ ਨੇ ਮੈਨੂੰ ਬੋਲਣ ਨਹੀਂ ਦਿੱਤਾ। ਆਹ ਮੈਡੀਕਲ ਕਾਲਜਾਂ ਦੀ ਲਿਸਟ ਹੈ, ਕਮਾਲ ਦੀ ਲਿਸਟ ਹੈ, ਵੀ ਸੁਣਨ ਵਾਲੀ ਹੈ। ਨਿਊ ਮੈਡੀਕਲ ਕਾਲਜ ਐਸਏਐਸ ਨਗਰ ਮੁਹਾਲੀ, ਜਾਓ ਲੱਭ ਕੇ ਲਿਆਓ, ਹੁਣੇ ਲਿਆਓ। ਇਹ ਐਲਾਨ ਹੋਇਆ 17-18 ਚ, ਫਿਰ ਐਲਾਨ ਹੋਇਆ 18-19 ਚ, ਫਿਰ ਐਲਾਨ ਹੋਇਆ 19-20 ਚ, ਫਿਰ ਐਲਾਨ ਹੋਇਆ 20-21 ਚ, ਫਿਰ ਐਲਾਨ ਹੋਇਆ 21-22 ਚ। ਘੱਟੋ ਘੱਟ 9-10 ਆਹ ਮੈਡੀਕਲ ਕਾਲਜ ਐਲਾਨ ਤੇ। ਹੁਣ ਮੈਡੀਕਲ ਕਾਲਜ ਕਿੰਨੇ ਦਾ? ਕੋਈ ਮੁਫਤ 'ਚ ਬਣ ਨਹੀਂ ਜਾਣਾ। ਏਮਸ ਬਣਿਆ 1000 ਕਰੋੜ ਲੱਗਿਆ, ਚਲੋ ਅੱਧ 'ਚ ਬਣਾ ਦੇਣਗੇ, ਬੜੇ ਐਫੀਸ਼ੀਐਂਟ ਬੰਦੇ ਆ। 500 ਕਰੋੜ ਦੀ ਚੀਜ਼ ਐਲਾਨਤੀ ਹੋਵੇ, ਇਹ ਪਚਦਾ ਤਾਂ ਰਿਬਨ ਕੱਟਦੇ ਫਿਰਦੇ, ਉਦਘਾਟਨ ਨਾ ਕਰਨ ਜੇ ਏਡੀਆਂ ਯੂਨੀਵਰਸਿਟੀਆਂ ਤੇ ਮੈਡੀਕਲ ਕਾਲਜ ਬਣ ਜਾਣ। ਕੋਈ ਚੀਜ਼ ਜਿਹੜਾ ਗੁਰੂ ਸਾਹਿਬ ਦੇ ਨਾਂ ਤੇ, ਔਰ ਰੱਖੀ ਵੀ ਕਿਹਦੇ ਨਾਂ ਤੇ ਆ? ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਮੈਡੀਕਲ ਸਾਇੰਸ ਐਟ ਕਪੂਰਥਲਾ, ਸ਼ਹੀਦ ਊਧਮ ਸਿੰਘ ਜੀ ਦੇ ਨਾਂ ਤੇ ਹੁਸ਼ਿਆਰਪੁਰ। ਹਰ ਚੀਜ਼, ਵੈਦਰ ਇੰਡਸਟਰੀਅਲ ਪਾਰਕ, ਵੈਦਰ ਇਟ ਇਜ਼ ਅੱਛਾ ਬਾਰਡਰ ਏਰੀਆ ਡਿਵੈਲਪਮੈਂਟ ਫੰਡ 300 ਕਰੋੜ 17-18 ਚ, 300 ਕਰੋੜ 18-19 ਚ, 100 ਕਰੋੜ 19-20 ਚ, 300 ਕਰੋੜ 20-21 ਚ, ਟੋਟਲ 1000 ਕਰੋੜ ਰੁਪਈਆ ਕਿੱਥੇ ਗਿਆ? ਮਤਲਬ ਅਨਾਉਂਸਮੈਂਟ ਫॉर द ਸੇਕ ਆਫ ਅਨਾਉਂਸਮੈਂਟ, ਕੋਈ ਫਾਇਦਾ ਨਹੀਂ। ਫਿਰ ਇਹਨਾਂ ਨੇ ਇਹ ਕੈਪਟਨ ਸਾਹਿਬ ਨਾਲ ਵੀ ਠੱਗੀ ਮਾਰਤੀ। ਇੱਕ ਤਾਂ ਹੁੰਦੀ ਹੈ ਨਾ PM ਆਵਾਸ ਯੋਜਨਾ, ਕੱਚੇ ਮਤਲਬ ਉਹ ਛੱਤਾਂ ਗਰੀਬ ਲੋਕਾਂ ਦੇ ਘਰਾਂ ਵਾਸਤੇ, ਇਹਨਾਂ ਨੇ ਬਣਾਤੀ ਇੱਕ ਪੰਜਾਬ ਪੇਂਡੂ ਆਵਾਸ ਯੋਜਨਾ 500 ਕਰੋੜ ਜ਼ੀਰੋ। ਇਹ ਸਾਰੀ ਚੀਜ਼ਾਂ। ਅੱਛਾ ਫਿਰ 올ਡ ਏਜ ਹੋਮ ਕਹਿੰਦੇ ਹਰ ਜ਼ਿਲ੍ਹੇ 'ਚ ਬਣਾ ਦੇਣੇ ਆ। ਮੈਨੂੰ ਪਤਾ ਨਹੀਂ ਕਿਹਦੇ ਲਈ ਬਣਾਉਣ ਨੂੰ ਫਿਰਦੇ ਆ, ਇੱਕ ਨਹੀਂ ਬਣਿਆ। 올ਡ ਏਜ ਹੋਮ ਤਾਂ ਇੱਕੋ ਹੀ ਚੱਲਦਾ, ਉਹ ਤੁਸੀਂ ਦੇਖਿਆ ਹੀ ਆ ਕਿੱਥੇ ਚੱਲਦਾ, ਚੰਡੀਗੜ੍ਹ ਦੇ ਆਲੇ ਦੁਆਲੇ ਚੱਲਦਾ। ਮੈਂ ਉਸ ਗੱਲ 'ਚ ਵੀ ਨਹੀਂ ਜਾਂਦਾ। ਆਹ ਇੰਪਲੋਈਜ਼ ਦੀ ਗੱਲ, ਇਹ ਸਾਰੇ ਮੁੱਦੇ, ਘਰ ਘਰ ਨੌਕਰੀ, ਇਸੇ ਤਰ੍ਹਾਂ ਆਹ ਸੋਸ਼ਲ ਸਿਕਿਉਰਿਟੀ ਸਕੀਮਾਂ, ਇਹ ਸਾਰਾ ਕੁਛ ਇੱਕ ਕੇਵਲ ਤੇ ਕੇਵਲ ਹੱਥ ਦੀ ਸਫਾਈ, ਝੂਠ ਬੋਲਣਾ, ਗੁੰਮਰਾਹ ਕੁਣ, ਰਿਪੀਟਡ ਅਨਾਉਂਸਮੈਂਟਸ, ਪਹਿਲੀ ਅਨਾਉਂਸਮੈਂਟਸ ਨੂੰ ਕੰਪਲੀਟ ਨਹੀਂ ਕਰਨਾ। ਇਹ ਬਜਟ ਇਹ ਹੈ, ਇਸੇ ਲਈ ਲੋਕਾਂ ਨੇ ਇਸ ਬਜਟ 'ਚ ਬੇਭਰੋਸਗੀ ਜਤਾਈ ਹੈ, ਹੋਰ ਕੋਈ ਕਾਰਨ ਨਹੀਂ। ਤੁਸੀਂ ਅੰਦਰ ਬਹਿ ਕੇ ਚਲੋ ਤੁਸੀਂ 80 ਹੈ, ਟੇਬਲ ਵੀ ਥਪਥਪਾ ਲਓਗੇ, ਪਾਸ ਵੀ ਕਰਾ ਲਓਗੇ, ਮਗਰ ਉਹਦੇ ਨਾਲ ਮਸਲਾ ਤਾਂ ਨਹੀਂ ਹੱਲ ਹੋਣਾ। ਜੇ ਲੋਕ ਇੰਨੇ ਖੁਸ਼ ਨੇ ਤੇ ਲੋਕ ਤਾਂ ਤੁਹਾਨੂੰ ਹਰ ਮੋੜ ਤੇ ਘੇਰਦੇ ਆ, ਸਰਕਾਰ ਨੂੰ ਮੁਲਾਜ਼ਮ ਘੇਰਦਾ। ਕੱਲ ਵੂਮੈਨਸ ਡੇ ਮਨਾ ਰਹੇ ਸੀ ਤੇ ਦੂਜੇ ਪਾਸੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟ ਪੈ ਰਹੀ ਸੀ, ਉਹ ਵੀ ਫੋਟੋ ਸਾਹਮਣੇ ਆਈ ਹੈ। ਬਾਏ ਜਸਟ ਬੋਲਣ ਕਰਕੇ ਮਸਲੇ ਹੱਲ ਨਹੀਂ ਹੋਣੇ, ਨੀਅਤ ਸਾਫ਼ ਚਾਹੀਦੀ ਆ, ਜਿਹੜੀ ਸਾਫ਼ ਨੀਅਤ ਨਹੀਂ ਵੇਖਣ ਨੂੰ ਮਿਲ ਰਹੀ ਹੈ। ਹਰ ਮੌਕੇ ਤੇ ਝੂਠ ਬੋਲਿਆ ਜਾ ਰਿਹਾ। ਜੇ ਤੁਹਾਡੀ ਨੀਅਤ ਸਾਫ਼ ਹੈ, ਤੁਸੀਂ ਕਹੋ ਜੋ ਮੈਂ ਅਨਾਉਂਸ ਕਰਤਾ ਕੱਲ ਤੋਂ ਲਾਗੂ, ਖਾਸ ਤਰੀਕ ਕਿਉਂ ਲੱਭੀ ਜਾ ਰਹੀ ਹੈ? ਆਰ ਯੂ ਟਰਾਈਂਗ ਟੂ ਫੂਲ ਦ ਪੀਪਲ ਆਫ ਪੰਜਾਬ? 4 ਸਾਲ ਤੁਸੀਂ ਪਿੱਛੇ ਕੀਤਾ। ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਉੱਥੇ ਗਏ ਸੀ। ਆਪ ਸੁਣਾ ਦਿਆਂ ਤੁਹਾਨੂੰ।
ਦੇਖੋ ਕਵਿਤਾ ਬੜੀ ਕਮਾਲ ਦੀ ਆ ਕਰ ਹੀ ਲਓ ਤੁਸੀਂ ਰਿਕਾਰਡ ਸੁਣੇ ਸੁਣਾਉਣ ਲੱਗਿਆ ਉਹ ਕਹਿੰਦੇ ਬਾਬੇ ਨੇ ਸੁਣਾਈ ਆ ਔਰ ਮੈਂ ਇਹਨਾਂ ਨੂੰ ਸੁਣਾਉਂਦਾ ਸੀ ਕਿ ਲੋਕ ਪੁੱਛਦੇ ਆ ਬਾਹਰ ਕਹਿੰਦੇ ਕਿਹੜੀ ਸ਼ੈ ਦਾ ਮੁੱਲ ਘਟਾਇਆ ਹੈ ਪੁੱਛੋ ਵੀ ਕਿਹੜਾ ਵੱਖਰਾ ਤੀਰ ਚਲਾਇਆ ਹੈ ਪੁੱਛੋ ਵੀ ਜਿੰਨੇ ਵੀ ਨੇ ਬੈਠੇ ਵਿੱਚ ਅਸੈਂਬਲੀ ਦੇ ਕੋਰਾ ਲੱਠਾ ਜਿਹਨੇ ਪਾਇਆ ਪੁੱਛੋ ਵੀ ਜਿਹਨੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ ਸਾਡੇ ਵੇੜੇ ਕਿਉਂ ਨਾ ਆਇਆ ਪੁੱਛੋ ਵੀ ਸਾਡੇ ਨਾਂ ਤੇ ਜਿਹੜਾ ਕਰਜ਼ਾ ਲੈਂਦੇ ਨੇ ਕਿੱਥੇ ਜਾਂਦਾ ਉਹ ਸਰਮਾਇਆ ਪੁੱਛੋ ਵੀ ਸਾਡੇ ਨਾਂ ਤੇ ਜਿਹੜਾ ਕਰਜ਼ਾ ਲੈਂਦੇ ਨੇ ਕਿੱਥੇ ਜਾਂਦਾ ਉਹ ਸਰਮਾਇਆ ਪੁੱਛੋ ਵੀ ਫਿਰ ਕਾਂਗਰਸੀਆਂ ਨੂੰ ਉਹ ਕਹਿੰਦਾ ਆਪਣੇ ਸੂਟਾਂ ਵੱਲ ਵੇਖੀ ਜਾਂਦੇ ਹੋ ਪ੍ਰਿੰਸ ਟੇਲਰ ਵਾਲ ਨੂੰ ਕਹਿੰਦਾ ਆਪਣੇ ਸੂਟਾਂ ਵੱਲ ਵੇਖੀ ਜਾਂਦੇ ਹੋ ਮੈਂ ਕਿਉਂ ਪਾਟਾ ਕੁੜਤਾ ਪਾਇਆ ਪੁੱਛੋ ਵੀ ਸਾਈਕਲ ਵਾਲੇ ਬਣ ਗਏ ਵਾਰਿਸ ਪਜੈਰੋ ਦੇ ਇੰਨਾ ਪੈਸਾ ਕਿੱਥੋਂ ਆਇਆ ਪੁੱਛੋ ਵੀ ਅਸਾਂ ਤਾਂ ਚੁੱਕ ਬਿਠਾਇਆ ਬਾਬਾ ਕੁਰਸੀ ਤੇ ਇਹਨੇ ਸਾਨੂੰ ਕਿਹਾ ਪਰਾਇਆ ਪੁੱਛੋ ਇਹ ਤੇ ਐਡੀਆਂ ਮਿਰਚਾਂ ਲੜ ਗਈਆਂ ਕਿ ਕਿਉਂ ਲੋਕਾਂ ਦੀ ਗੱਲ ਕਰਦੀ ਤੇ ਹਾਂਜੀ ਓਏ ਲਿਖੀ ਤਾਂ ਬਾਬੇ ਨੇ ਕਿਸੇ ਨੇ ਕਹਿੰਦਾ ਸੀ ਅੰਦਰ ਸੁਣਾ ਦੀ ਮੇਰੇ ਵੱਲੋਂ ਮੈਂ ਤਾਂ ਉਹਦੀ ਗੱਲ ਸੁਣਾਉਣ ਆਇਆ ਸੀ ਉਹਨਾਂ ਨੂੰ ਦੱਸ ਦੂੰ ਬਾਬੇ ਨੂੰ ਕਿ ਚੀਕਾਂ ਨਿਕਲ ਗਈਆਂ ਬਾਬੇ ਨਜਮੀ ਦੀਆਂ ਨੇ ਅਸਲ 'ਚ ਇਹ ਤੇ ਅੰਦਰ ਤਾਂ ਕੰਮ ਇਸ ਤਰ੍ਹਾਂ ਚੀਕਾਂ ਮਾਰਨ ਫਿਰ ਮੈਂ ਕਿਹਾ ਅਖੀਰਲੀ ਪੜ੍ਹ ਦੇਣਾ ਉਹ ਵੀ ਨਹੀਂ ਇਹਨਾਂ ਨੂੰ ਚੰਗੀ ਲੱਗੀ ਉਹ ਕਹਿੰਦਾ ਇਹ ਨਾ ਪੜਨ ਦਿਓ ਇਹ ਨਾ ਪੜਨ ਦਿਓ ਮੈਂ ਕਿਹਾ ਮੈਂ ਪੜਾ ਨਾ ਪੜਾ ਲੋਕ ਤਾਂ ਬਾਹਰ ਰੌਲਾ ਪਾ ਹੀ ਰਹੇ ਆ ਹਰ ਬੰਦਾ ਰੌਲਾ ਪਾ ਰਿਹਾ ਉਹ ਕਹਿੰਦੇ ਸੁਨਾ ਹੈ ਕਿ ਉਸकी बातों में शोर बड़ा है सुना है कि उसकी बातों में शोर बड़ा है अंदाजे बयां पे भी जोर बड़ा है लोग वाकिफ हैं उसकी फितरत से कि वो धोखेबाज बड़ा है वो चोर बड़ा है चोरी ते ठगी ਇਹ ਖਜ਼ਾਨੇ 'ਚ ਲਿਖੀ ਹੈ ਹੋਰ ਕੁਛ ਨਹੀਂ ਕਦੇ ਗੁਟਕਾ ਸਾਹਿਬ ਦੀ ਸਹੁੰ ਖਾ ਜਾਣਾ ਲੋਕਾਂ ਨੂੰ ਠੱਗ ਲੈਣਾ ਕਦੇ ਫਾਰਮ ਬਣਾ ਕੇ ਠੱਗ ਲੈਣਾ ਕਦੇ ਘਰ ਘਰ ਕਹਿ ਕੇ ਨੌਕਰੀ ਕਹਿ ਕੇ ਠੱਗ ਲੈਣਾ ਹਰ ਤਰੀਕੇ ਨਾਲ ਜਿਵੇਂ ਆ ਕਿੰਨੇ ਮਹਾਂਪੁਰਸ਼ਾਂ ਦੇ ਨਾਂ ਕਿੰਨੇ ਭਗਤਾਂ ਦੇ ਨਾਂ ਕਿੰਨੇ ਭਲੇ ਪੁਰਸ਼ਾਂ ਦੇ ਨਾਂ ਤੇ ਬਣਿਆ ਦਾ ਕੱਖ ਨਹੀਂ ਔਰ ਜੇ ਉਹ ਗੱਲ ਕਰੋ ਅੰਦਰ ਤੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ 15-20 ਬੁੜਕਦੇ ਸੀ ਐਂ ਕੁਰਸੀਆਂ ਤੋਂ ਮਗਰ ਮਜੀਠਾ ਕਿਤੇ ਚੁੱਪ ਕਰਨ ਵਾਲਾ ਸੀ ਆਪਾਂ ਤਾਂ ਆਪਦੀ ਗੱਲ ਬੋਲ ਕੇ ਆਉਣੀ ਸੀ ਬੁੜਕ ਵੜ ਕੇ ਮੈਂ ਤਾਂ ਸਪੀਕਰ ਸਾਹਿਬ ਨੂੰ ਇੱਕ ਕਿਹਾ ਜਦੋਂ ਮੈਂ ਬੋਲਣਾ ਹੁੰਦਾ ਨਾ ਸੀਟ ਬੈਲਟ ਲਾਜ਼ਮੀ ਕਰਾ ਦਿਓ ਨਹੀਂ ਤਾਂ ਕੋਈ ਡਿੱਗ ਡੁੱਗ ਜਾਣਾ ਸੱਟ ਲੱਗ ਜਾਣੀ ਹੈ ਫਿਰ ਜ਼ਿੰਮੇਵਾਰ ਕੌਣ ਹੋਣਾ ਇਹਦੇ ਲਈ ਕਿਤੇ ਗਰੀਬ ਨੂੰ ਨਾ ਫੇਰ ਮੈਨੂੰ ਕੋਈ ਇੱਥੇ ਪਰਚਾ ਦਿਓ ਕਿ ਇਹ ਜ਼ਿੰਮੇਵਾਰੀ ਆ ਹੁਣ ਇਹ ਬੜੀ ਚੰਗੀ ਗੱਲ ਮੈਂ ਇਹ ਗੱਲ ਦਾ ਨਾ ਉੱਥੇ ਤਾਂ ਜ਼ਿਆਦਾ ਜਵਾਬ ਨਹੀਂ ਦਿੱਤਾ ਕਿਉਂਕਿ ਇਹ ਚਾਹੁੰਦੇ ਸੀ ਕਿ ਸਾਡੀ ਇਹ ਕੱਪੜੇ ਲਾਈ ਜਾਂਦਾ ਲੋਕਾਂ ਦੇ ਸਵਾਲ ਜਿਹੜੇ ਨੇ ਉਹ ਪੁੱਛੀ ਜਾਂਦਾ ਉਹ ਚਾਹੁੰਦਾ ਸੀ ਕਿ ਮੈਂ ਉਹਦੇ ਨਾਲ ਸੱਜੇ ਖੱਬੇ ਉਲਝ ਲਾਂ ਜਿਹਦਾ ਆਪ ਦਾ ਕੋਈ ਸਟੈਂਡ ਨਹੀਂ ਜਿਹੜਾ ਆਪ ਰੋਜ਼ ਭਾਪਾ ਬਦਲੇ ਉਹਦਾ ਮੈਂ ਕੀ ਕਹਿਣਾ ਬਾਕੀ ਜੇ ਉਹਨੂੰ ਹੈ ਇਨਕਮ ਟੈਕਸ ਦਾ ਜੇ ਉਹ ਇੱਕ ਡਰਾਈ ਕਲੀਨਿੰਗ ਦੇ ਪਤਾ ਨਹੀਂ ਕਿੰਨੇ ਕਿੰਨੇ ਦੇ ਬਿੱਲ ਬਣਾ ਜਾਂਦਾ ਉਹਨੂੰ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਉਹਨੂੰ ਤਾਂ ਕਪਤਾਨ ਨਹੀਂ ਸੁਣਦਾ ਮੈਂ ਕੀ ਸੁਣਨਾ ਹਲੇ ਤਾਂ ਉਹਦਾ ਆਪ ਦਾ ਨਹੀਂ ਪਤਾ ਉਹਦਾ ਬੱਸ ਸਟਾਪ ਕਿਹੜਾ ਹੁਣ ਕਿਹੜਾ ਨੂੰ ਨਵਾਂ ਭਾਪਾ ਬਣਾਉਣਾ ਦੇਖੋ ਇੱਕ ਬੜੀ ਗੱਲ ਬੜੀ ਇਹ ਨਾ ਪਹਿਲੇ ਦਿਨ ਗੱਲ ਹੋ ਜਾ 17 'ਚ ਹੋ ਗਈ ਚਲੋ ਸੁਣ ਲਿਆ 18 'ਚ ਹੋ ਗਈ ਸੁਣ ਲਿਆ ਜਦੋਂ ਬਜਟ ਪੇਸ਼ ਹੁੰਦਾ ਹੈ ਉਦੋਂ ਇਹ ਡਰਾਮਾ ਰਚਿਆ ਜਾਂਦਾ ਜੇ ਉਹ 31,000 ਕਰੋੜ CCL ਲਿਮਿਟ 'ਚ ਕੋਈ ਨੁਕਸ ਹੈ ਤੁਸੀਂ ਕਾਰਵਾਈ ਕਰ ਦਿਓ ਸਰਕਾਰ ਤੁਹਾਡੀ ਹੈ ਫੈਕਟ ਆਫ ਦਾ ਮੈਟਰ ਇਜ਼ ਕਿ ਉਹ ਲੈਗੇਸੀ ਅਕਾਊਂਟ ਹੈ CCL ਲਿਮਿਟ 1996 ਤੋਂ ਜਿਹੜਾ ਫਰਕ ਸੀ ਜਦੋਂ ਗ੍ਰੇਨਸ ਖਰੀਦੇ ਜਾਂਦੇ ਸੀ ਸੈਂਟਰ ਨਾਲ FCI ਨਾਲ ਉਹਦਾ ਜੋ ਅਕਾਊਂਟ ਸੈਟਲ ਨਹੀਂ ਹੁੰਦਾ ਸੀ ਅਖੀਰ 'ਚ ਉਹਨਾਂ ਨੇ ਕਿਹਾ ਸੀ CCL ਲਿਮਿਟ ਨਹੀਂ ਦੇਣੀ ਜਦ ਤੱਕ ਇਸ ਨੂੰ ਸੈਟਲ ਨਹੀਂ ਕਰੋਗੇ ਔਰ ਉਸੇ ਕਰਕੇ ਇਹ CCL ਲਿਮਿਟ ਉਸ ਵੇਲੇ ਮਜਬੂਰੀ ਬਣ ਗਈ ਕਿ ਇਹ ਲੈਣੀ ਪਈ ਮਗਰ ਇਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਤਾਂ ਕਾਰਵਾਈ ਕਰ ਦਿੰਦੇ
ਅੰਦਰ ਐਵੇਂ ਰੌਲਾ ਪਾਈ ਜਾਣਾ, ਹਰ ਗੱਲ ਤੇ ਰੌਲਾ ਪਾਈ ਜਾਣਾ, ਧਿਆਨ ਭਟਕਾਊ ਗੱਲ ਕਰੀ ਜਾਣੀ, ਉਹਦੇ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਪੰਜਾਬ ਇੱਕ ਹਾਂਜੀ ਮੈਂ ਆ ਮੁਕਾ ਫਿਰ ਮੈਂ ਆ ਜਾਂਦਾ ਇਹਦੇ ਤੇ। ਇਹ ਲਾਸਟ ਗੱਲ ਮੁਕਾ ਦਾ, ਕੀ ਕਹਿ ਰਹੇ ਯਾਰ? ਇੱਕ ਤਰਫ ਤੱਕ ਪਿਛਲੇ ਸਾਲ ਦੀ ਬਜਟ ਸਪੀਚ ਕੱਢ ਲਓ, ਆਪ ਖਜ਼ਾਨਾ ਮੰਤਰੀ ਕਹਿ ਰਿਹਾ ਇਕਨੋਮੀ ਬੈਕ ਔਨ ਟਰੈਕ। ਜੇ ਇਕਨੋਮੀ ਬੈਕ ਔਨ ਟਰੈਕ ਹੈ ਤੇ 1 ਲੱਖ ਕਰਜ਼ਾ ਕਿੱਥੋਂ ਵਧਾਤਾ ਤੁਸੀਂ? 1,82,000 ਚੋਂ ਹੁਣ 2,77,000 ਤਾਂ ਆਪ ਮੰਨ ਰਹੇ ਆ। ਮੈਂ ਕਹਿ ਰਿਹਾ ਤੁਹਾਨੂੰ ਇਹ 2,90,000 ਹੋਊ ਜਾਂ 3 ਲੱਖ ਹੋਊ। CAG ਇਹ ਕਹਿ ਰਿਹਾ 1 ਲੱਖ ਤੋਂ 1,10,000 ਵੱਧ ਜਾਣਾ। ਖਰਚਾ ਤੁਸੀਂ ਘਟਾਤਾ, ਸੋਸ਼ਲ ਸਪੈਂਡਿੰਗ ਤੁਹਾਡੀ ਅੱਧੀ ਹੋ ਗਈ। ਇੱਕ ਕਰਜ਼ਾ ਜਿਹੜਾ ਤੁਹਾਨੂੰ ਸੈਂਟਰ ਨੇ ਕਹਿਤਾ ਲੈ ਲਓ, ਭਾਵੇਂ ਪ੍ਰਿੰਸੀਪਲ ਉਹਨਾਂ ਨੇ ਦੇਣਾ, ਇੰਟਰਸਟ ਉਹਨਾਂ ਨੇ ਦੇਣਾ, ਬੋਲੂ ਕਿਹਦੇ ਖਾਤੇ? ਪੰਜਾਬ ਦੇ ਖਾਤੇ। ਥੱਲੇ ਮਾੜਾ ਜਿਹਾ ਇਸ ਤਰ੍ਹਾਂ ਨਿਸ਼ਾਨ ਪਾ ਕੇ ਕਿ ਇਹ ਕਰਜ਼ਾ ਲਿਖਤਾ, ਉਹਨੂੰ ਪਾਓ ਕਿਤਾਬਾਂ 'ਚ, ਕਿਉਂਕਿ ਜਿੱਦਣ ਤੁਸੀਂ ਉਹ ਕਰਜ਼ਾ ਕਿਤਾਬਾਂ 'ਚ ਪਾਉਂਦੇ ਹੋ ਤੁਹਾਡੀ ਡੈਟ ਟੂ GSDP ਰੇਸ਼ੋ ਉਦੋਂ ਬਦਲ ਜਾਂਦੀ ਹੈ। ਜਿਹੜੀ 42% ਸੀ ਇਹ 50% ਚਲੀ ਜਾਣੀ ਹੈ ਜਦ ਤੱਕ ਇਹ ਸਮਾਂ ਮੁੱਕੂਗਾ। ਇਸ ਲਈ ਬੈਕ ਔਨ ਟਰੈਕ ਨਹੀਂ, ਇਹ ਤਾਂ ਗੱਡੀ ਸੜਕ ਤੋਂ ਹੀ ਲੀਓ ਲਾਤੀ ਪੰਜਾਬ ਦੀ ਇਕਨੋਮੀ। ਔਰ ਇਹ ਅਸਲੀਅਤ ਹੈ। ਦੈਟਸ ਵਾਈ ਪੈਨਸ਼ਨ ਨਹੀਂ ਮਿਲ ਰਹੀ, ਦੈਟਸ ਵਾਈ ਵੈਟ ਨਹੀਂ ਘਟਾ ਰਹੇ, ਦੈਟਸ ਵਾਈ ਸ਼ਗਨ ਸਕੀਮਾਂ ਨਹੀਂ ਮਿਲ ਰਹੀਆਂ, ਦੈਟਸ ਵਾਈ SC ਸਕਾਲਰਸ਼ਿਪ ਨਹੀਂ ਮਿਲ ਰਹੀ। ਜੇ ਇਹਨਾਂ ਦੀ ਮਨਸ਼ਾ ਸਾਫ਼ ਸੀ ਤੇ ਸ਼ਗਨ ਸਕੀਮ ਕਹਿੰਦੇ ਅਸੀਂ 4 ਸਾਲ ਪਿਛਲੇ ਵੀ ਹੁਣ ਜਿਨ੍ਹਾਂ ਨੂੰ 31,000 ਦਾ ਫਰਕ ਰਹਿ ਗਿਆ ਉਹ ਦੇਵਾਂਗੇ। ਪੈਨਸ਼ਨ ਦਾ ਕਹਿੰਦੇ ਅਸੀਂ 2500 ਦਾ ਇਲੈਕਸ਼ਨ ਮੈਨੀਫੈਸਟੋ ਦਾ ਵਾਅਦਾ ਸੀ ਉਹ ਦੇਵਾਂਗੇ। ਮਗਰ ਗੋਲ-ਮੋਲ ਗੱਲਾਂ ਕਰਕੇ ਇਲੈਕਸ਼ਨ ਬਜਟ ਪੇਸ਼ ਕਰਕੇ ਜਿਹਨੂੰ ਸਭ ਨੇ ਰਿਜੈਕਟ ਕੀਤਾ, ਇੰਡਸਟਰੀ ਦੀ 10 ਰੁਪਏ ਕਹਿੰਦੇ ਇਲੈਕਟ੍ਰਿਸਿਟੀ ਡਿਊਟੀ ਤੋਂ ਕਮਾਈ ਆ। ਉਹਦਾ ਮਤਲਬ ਕੀ ਕਿ ਵਧੇ ਰੇਟਾਂ ਤੇ ਸਾਨੂੰ ਜਿਹੜਾ 1990 ਕਰੋੜ ਕਲੈਕਸ਼ਨ ਸੀ ਬਜਟ 'ਚ ਲਿਖਿਆ ਅਕਾਲੀ ਸਰਕਾਰ ਵੇਲੇ, ਹੁਣ 3000 ਹੈ। ਕਮਾਈ ਦੱਸ ਰਹੇ ਆ, ਵੈਲਫੇਅਰ ਸੂਬੇ ਦਾ ਕੰਮ ਤਾਂ ਨਹੀਂ ਕਰ। ਮੁਲਾਜ਼ਮ ਵੀ ਆ ਗਏ ਬਾਹਰ, ਵਿਧਾਨ ਸਭਾ ਦੇ ਆ ਕੇ ਛੱਡ ਕੇ ਕਿ ਸਾਨੂੰ ਵਿਸ਼ਵਾਸ ਨਹੀਂ ਹੈਗਾ ਸਰਕਾਰ ਦੇ। ਮੈਂ ਆਹੀ ਗੱਲ ਅੰਦਰ ਕੀਤੀ ਕਿ ਮੈਂ ਜੇ ਐਡਾ ਕੰਮ ਚੰਗਾ ਹੈ ਤੁਹਾਡਾ, ਆਲ ਇਜ਼ ਵੈਲ, ਤੇ ਫਿਰ ਕਿਉਂ ਸਾਰੇ ਵਰਗ ਰੌਲਾ ਪਾ ਰਹੇ ਆ? ਵਿੱਤ ਮੰਤਰੀ ਤੋਬਾ ਕਰ ਗਏ, ਪ੍ਰੋਕਿਉਰਮੈਂਟ ਨੂੰ ਲੈ ਕੇ ਵਿੱਤ ਮੰਤਰੀ ਤੋਬਾ ਕਰ ਗਏ। ਕਹਿੰਦੇ ਜਿਹੜੇ ਐਗਰੀਮੈਂਟ ਤੁਹਾਡੀ ਸਰਕਾਰ ਵੇਲੇ ਹੋਏ ਸੀ ਬਿਜਲੀ ਦੇ, ਉਹ ਸੌਖੇ ਨਹੀਂ ਹੈਗੇ ਰੱਦ ਕਰਨੇ। ਕਹਿੰਦੇ ਉਹਨਾਂ ਨੂੰ ਹੱਥ ਪਾਇਆ ਤਾਂ ਲੈਣ ਵੀ ਦੇਣੇ ਚਾਹੀਦਾ। ਇਹ ਨਾਲ ਹੀ ਕਿਹਾ ਕਿ ਬਿਜਲੀ ਸਸਤੀ ਨਹੀਂ ਹੋ ਸਕਦੀ, ਉਹਨਾਂ ਨੇ ਸਾਫ਼ ਕਹਿਤਾ। ਉਹ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਸਾਡੇ ਵੇਲੇ ਬਿਜਲੀ ਬੱਤੀ ਦਾ ਰੇਟ ਕੀ ਸੀ? 5 ਰੁਪਏ, 5.25 ਰੁਪਏ। ਸਾਡੇ ਵੇਲੇ ਜਿਹੜੇ ਉਸ ਵੇਲੇ ਐਗਰੀਮੈਂਟ ਹੋਏ ਸੀ, ਜਿਹੜੀ ਸਰਕਾਰੀ ਬਿਜਲੀ ਦੇ ਅਦਾਰੇ ਨੇ ਉਹਨਾਂ ਤੋਂ ਰੇਟ ਘੱਟ ਸੀ। ਅੱਜ ਇਹਨਾਂ ਨੇ 10 ਤੋਂ 11 ਰੁਪਏ ਰੇਟ ਕਿਉਂ ਕਰਤਾ? ਕੋਰਟਾਂ 'ਚ ਜਾ ਕੇ ਕੇਸ ਕਿਉਂ ਹਰੇ? ਕਿਉਂਕਿ ਇਹ ਫਿਕਸਡ ਮੈਚ ਖੇਡਦੇ, ਜਿੱਥੇ ਇਹਨਾਂ ਨੂੰ ਸੂਟ ਕਰਦਾ, ਚਾਹੇ ਉਹ ਪ੍ਰਾਈਵੇਟ ਲੋਕਾਂ ਨਾਲ ਹੈ, ਚਾਹੇ ਸ਼ਰਾਬ ਦੇ ਠੇਕੇਦਾਰਾਂ ਨਾਲ ਹੈ, ਚਾਹੇ ਮਾਈਨਿੰਗ ਨਾਲ ਹੈ, ਉੱਥੇ ਫਿਕਸਡ ਮੈਚ ਖੇਡ ਕੇ ਰਾਜੀ। ਚਾਹੇ ਸੈਂਟਰ ਨਾਲ ਹੈ, ਉੱਥੇ ਫਿਕਸਡ ਮੈਚ ਖੇਡ ਕੇ ਰਾਜੀ। ਜਿੱਥੇ ਨਹੀਂ ਸੂਟ ਕਰਦਾ ਉੱਥੇ ਨਿੰਦੀ ਜਾਂਦੇ ਹੋ। ਬਜਟ ਕੱਢ ਲਓ ਸਾਰਾ, ਕਮਾਈ ਸਾਰੀ ਸੈਂਟਰ ਤੋਂ ਹੋ ਰਹੀ ਹੈ। ਜਿਹੜੇ ਪੈਸੇ ਸੈਂਟਰ ਤੋਂ ਆ ਰਹੇ ਉਹਦੇ ਕਰਕੇ ਇਹਨਾਂ ਦਾ ਵਧੀਆ ਕੰਮ ਚੱਲ ਰਿਹਾ। ਹਾਂਜੀ ਹੁਣ ਦੱਸਿਆ ਤਾਂ ਯਾਰ ਸਾਰੀ ਕਹਾਣੀ। ਮੈਂ ਅਸੀਂ ਬਾਦਲ ਸਾਹਿਬ ਵੇਲੇ ਵੀ ਡਾਕਟਰ ਮਨਮੋਹਨ ਸਿੰਘ ਜੀ ਨੇ ਇਹੀ ਫੈਸਲਾ ਕੀਤਾ ਸੀ। ਕੈਬਨਿਟ ਦੀ ਮੀਟਿੰਗ ਸੱਦ ਕੇ ਹਾਊਸ ਨੇ ਔਰ ਉਸ ਵੇਲੇ ਦੀ ਸਰਕਾਰ ਨੇ ਅਸੀਂ ਫੈਸਲਾ ਕੀਤਾ ਕਿ ਕਿਸਾਨ ਦੀ ਮਰਜ਼ੀ ਆ, ਉਹ ਚਾਹੇ ਡਾਇਰੈਕਟ ਲਵੇ ਚਾਹੇ ਉਹ ਆੜਤੀਏ ਥਰੂ ਲਵੇ। ਸਰਕਾਰਾਂ ਦਾ ਇਹਦੇ 'ਚ ਇੰਟਰਫੇਅਰ ਕਰਨ ਦਾ ਕੋਈ ਕੰਮ ਨਹੀਂ। ਔਰ ਉਸ ਵੇਲੇ ਵੀ ਇਹ ਡਾਕਟਰ ਮਨਮੋਹਨ ਸਿੰਘ ਜੀ ਕਾਂਗਰਸ ਦੀ ਸਰਕਾਰ ਇਹਨੂੰ ਲਾਗੂ ਕਰਨਾ ਚਾਹੁੰਦੀ ਸੀ। ਜਿਹੜਾ ਅਸੀਂ ਰੁਕਾਤਾ ਉਹ ਨਹੀਂ ਲਾਗੂ ਹੋਇਆ। ਅੱਜ ਵੀ ਭੈਣ ਜੀ ਨੇ ਪਾਰਲੀਮੈਂਟ ਦੇ ਅੰਦਰ ਇਹ ਗੱਲ ਉਠਾਈ ਹੈ ਕਿ ਕਿਸਾਨ ਦੀ ਮਰਜ਼ੀ ਹੋਵੇ ਕਿ ਉਹਨੇ ਪੇਮੈਂਟ ਕਿਸ ਤਰ੍ਹਾਂ ਲੈਣੀ ਹੈ। ਇਹ 'ਚ ਸਰਕਾਰਾਂ ਦਾ ਕੋਈ ਕੰਮ ਨਹੀਂ। ਲੈਂਡ ਰਿਕਾਰਡਸ ਦੀ ਗੱਲ ਕਰ ਰਹੀ ਹੈ ਸਰਕਾਰ ਕਿ ਕਿਸਾਨ ਨੂੰ ਆਪਣਾ ਲੈਂਡ ਰਿਕਾਰਡ ਦੇਣੇ ਪੈਣਾ, ਫਿਰ ਪੇਮੈਂਟ ਹੋਣੀ ਹੈ। ਦੇਖੋ ਇਸ ਤਰ੍ਹਾਂ ਹੈ, ਪੰਜਾਬ ਦੀ ਸਥਿਤੀ ਸਮਝੋ। ਅੱਧੇ ਤੋਂ ਬਾਅਦ ਬੜੀ ਵੱਡੀ ਗਿਣਤੀ 'ਚ ਲੋਕ NRI ਬੈਠੇ, ਵੱਡੀ ਗਿਣਤੀ 'ਚ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ। ਤੇ ਜੇ ਲੈਂਡ ਓਨਰ ਨੂੰ ਜਾਣ ਲੱਗ ਗਈ ਤੇ ਠੇਕੇ ਵਾਲਾ ਦਾ ਖਰਚਾ ਸਾਰਾ ਠੇਕੇ ਉਹ ਕਿੱਧਰ ਜਾਊ? NRI ਕੋਲ ਜਾਣ ਲੱਗ ਗਈ, ਜਿਹਨੇ ਠੇਕੇ ਤੇ ਲਿਆ ਉਹਦਾ ਕੀ ਬਣੂ? ਇਸ ਲਈ ਕਈ ਕਾਰਨ ਨੇ ਕਿੱਥੇ। ਅੱਛਾ, ਇੱਕ ਹੋਰ ਮਾਰ ਪੈਣੀ ਹੈ ਸਭ ਤੋਂ ਵੱਡੀ, ਕਰਜ਼ਾ ਬਜ਼ੁਰਗ ਦੇ ਨਾਂ ਤੇ ਹੈ ਤੇ ਜ਼ਮੀਨ ਬਜ਼ੁਰਗ ਦੇ ਨਾਂ ਤੇ ਹੈ। ਜੇ ਉਸ ਨਾਂ ਤੇ ਆ ਗਈ ਤੇ ਬੈਂਕਾਂ ਨੇ ਪੈਸੇ ਕੱਟ ਲੈਣੇ ਤੇ ਲੱਭੂ ਦਾ ਕਿਸੇ ਨੂੰ ਕੁਝ ਨਹੀਂ, ਅੱਗੇ ਹੋਰ ਖੁਦਕੁਸ਼ੀ ਵੱਧ ਜੂ। ਇਸ ਲਈ ਇਹ ਸਿਸਟਮ ਨਾਲ ਛੇੜਛਾੜ ਕਰਨਾ ਇੱਕ ਬਹੁਤ ਕਿਸਾਨ ਵਿਰੋਧੀ ਸਟੈਪ ਹੈ। ਅਸੀਂ ਇਹਦੇ ਖਿਲਾਫ ਹੈ। ਪੇਮੈਂਟ ਜਿਸ ਤਰ੍ਹਾਂ ਕਿਸਾਨ ਲੈਣਾ ਚਾਹਵੇ ਉਸ ਤਰ੍ਹਾਂ ਹੋਣੀ ਚਾਹੀਦੀ।
देखो आई डोंट नो, आई एम नो स्पोक्स पर्सन फॉर एनी एजेंसी, मगर क्यों हो रही है, कैसे हो रही है, वो तो समा बताएगा। मगर अंदर हाउस के अंदर इस बात की चर्चा जरूर चली है कि जिन्नी भी इंस्टीट्यूशनस ने, चाहे वो कोई सरकारी अदारे ने ਵੱਡੇ ਵੱਡੇ, ਉਹਨਾਂ ਨੂੰ ਪਹਿਲਾਂ ਕਾਂਗਰਸ ਵਰਤਦੀ ਸੀ, ਸੁਪਰੀਮ ਕੋਰਟ 'ਚ ਟਿੱਪਣੀ ਵੀ ਆਈ ਕਿ ਇਹ ਕੇਜ ਪੈਰਟ ਨੇ, ਔਰ ਹੁਣ ਤੋਤੇ ਦੀ ਤਰ੍ਹਾਂ ਉਹਦੀ ਵਰਤੋਂ ਮੌਜੂਦਾ ਸਰਕਾਰ ਕਰ ਰਹੀ ਹੈ। ਹੁਣ ਇਸ ਕੇਸ 'ਚ ਕੀ ਹੈ ਕੀ ਨਹੀਂ, ਆਈ ਕੈਨ ਨਾਟ ਕਮੈਂਟ, ਮੈਨੂੰ ਇਸ ਗੱਲ ਦਾ ਪਤਾ। ਪਰ ਉਹਨਾਂ ਦੇ ਸਮਰਥਕ ਵਿਧਾਇਕ ਇਹ ਕਹਿ ਰਹੇ ਨੇ ਉਹਨਾਂ ਨੂੰ ਆਫਰ ਆਇਆ ਸੀ ਬੀਜੇਪੀ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਓ, ਪਰ ਖੈਰਾ ਸਾਹਿਬ ਬੀਜੇਪੀ ਵਿੱਚ ਨਹੀਂ ਗਏ, ਇਸ ਕਰਕੇ ਕਾਰਵਾਈ। ਉਹ ਯਾਰ ਹੋਰ ਉਹ ਕੀ ਕਹਿਣਗੇ ਤੁਹਾਨੂੰ, ਹੁਣ ਮੈਨੂੰ ਤਾਂ ਪਤਾ ਨਹੀਂ, ਮੈਨੂੰ ਜੇ ਇਸ ਗੱਲ ਦਾ ਪਤਾ ਨਹੀਂ, ਆਈ ਡੋਂਟ ਵਾਂਟ ਟੂ ਕਮੈਂਟ, ਬਟ ਜੇ ਉਹ ਕਹਿ ਰਿਹਾ ਉਹ ਜਾਣਦੇ, ਬੈਟਰ ਜਾਣਦੇ ਹੁਣ। इतनी रिसर्च आपने की है, बजट पे है, आप ये सारे लेकर आए डाटा, इससे पहले मैनिफेस्टो को लेकर भी आपने सारी बातें कही हैं, तो आप लगता है आपको कि इस बजट पर भी प्रशांत किशोर का वैसा ही असर है जैसा मैनिफेस्टो का था? ਇਹ ਪੀ ਕੇ ਹੀ ਬਣਾਇਆ ਬਜਟ, ਸੋਫੀ ਬੰਦੇ ਦਾ ਤਾਂ ਕੰਮ ਹੀ ਨਹੀਂ ਹੈ। मजीठिया साहब ईवीएम को लेके आज ਤੇ ਜਿਹਨੇ ਪੀ ਕੇ ਪੜ੍ਹ ਲਿਆ ਉਹ ਸੌਖਾ, ਜਿਹਨੇ ਊਂ ਪੜ੍ਹਨ ਦੀ ਕੋਸ਼ਿਸ਼ ਕੀਤੀ ਉਹ ਔਖਾ ਹੈ। ਉਹ ਮੈਂ ਕਿਹੜਾ ਉਹਨਾਂ ਦੀ ਗੱਲ ਕਰ ਰਿਹਾ, ਅੰਦਰ ਵੀ ਇੱਕੋ ਕੀ ਨਾ ਉਹਦਾ ਆਪਣੇ ਦਾ ਐਮਐਲਏ, ਉਹ ਜਿੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯੂਨੀਵਰਸਿਟੀ ਬਣਨੀ ਸੀ ਪੱਟੀ ਤਰਨਤਾਰਨ, ਉਹ ਐਵੇਂ ਰੌਲਾ ਪਾਈ ਜਾਂਦਾ, ਕਹਿੰਦਾ ਜੀ ਤੁਹਾਡੀ ਜ਼ਮੀਨ ਤੁਹਾਡੀ। ਉਹ ਮੈਂ ਕਿਹਾ ਮੈਨੂੰ ਨਿੰਦੀ ਜਾਂਦਾ, ਉਹ ਐਫਐਮ ਦੀ ਵੀ ਭੈਣ ਲੱਗਦੀ ਹੈ, ਮੇਰੇ ਦੁਆਲੇ ਐਵੇਂ ਹੋਈ ਜਾਂਦਾ। ਮੇਰੇ ਨਾਲ ਤਾਂ ਰਿਸ਼ਤੇਦਾਰੀ ਬਾਅਦ 'ਚ ਬਣੀ, ਪਹਿਲਾਂ ਤਾਂ ਰਿਸ਼ਤੇਦਾਰੀ ਉਹ ਉਹਨਾਂ ਦੇ ਪਰਿਵਾਰ ਦਾ ਮਾਮਲਾ, ਇਸ ਲਈ ਮੈਂ ਕਿਹਾ ਐਵੇਂ ਨਾ ਸੈਲਫ ਗੋਲ ਕਰੀ ਜਾਇਆ ਕਰ, ਸੋਚ ਸਮਝ ਕੇ ਬੋਲਿਆ ਕਰ। ਐਵੇਂ ਬੋਲੀ ਫਿਰ ਚੰਨੀ ਉੱਠ ਪੜਿਆ, ਹੁਣ ਤੈਨੂੰ ਨਾਲ ਲੈ ਕੇ ਜਾਊਂਗਾ ਯੂਨੀਵਰਸਿਟੀ 'ਤੇ। ਉਹ ਮੈਂ ਬਾਬਾ ਮੈਨੂੰ ਛੱਡ, ਨਾਲ ਪਹਿਲਾਂ ਤਾਂ ਤੇਰੇ ਵਰਗੇ ਨਾਲ ਜਾਏ, ਨਾਲ ਕੋਈ ਹੋਰ ਖਤਰ ਕੰਮ ਨੁਕਸਾਨ ਨਾ ਹੋ ਜੇ। ਤੂੰ ਐਂ ਕਰ ਹਾਊਸ ਕਮੇਟੀ ਬਣਾ ਲਓ, ਚੱਲਦੇ ਆਪਾਂ। ਕਿੱਥੇ ਯੂਨੀਵਰਸਿਟੀ ਤੁਸੀਂ ਸਮਝਦੇ ਹੋ ਜਿਹੜਾ ਪੱਚ ਦਾ ਉਦਘਾਟਨ ਕਰ ਸਕਦੇ, ਯੂਨੀਵਰਸਿਟੀ ਬਣੀ ਹੋਵੇ ਤੇ ਸਾਨੂੰ ਦਿਸੇ ਨਾ? ਅੰਨੇ ਬੋਲੇ ਲੋਕ ਪੰਜਾਬ। ਇੱਕ ਲਾਈਟਾਂ ਦੀ ਗੱਲ ਕਰਨ ਲੱਗੇ, ਕਮੇਟੀ ਬਣਾਉਣ ਦੀ ਗੱਲ ਹੋਈ ਹੈ ਜੀ ਕਿ ਸਦਨ ਦੀ ਕਾਰਵਾਈ ਲਾਈਵ ਹੋਏਗੀ, ਤੇ ਸਪੀਕਰ ਸਾਹਿਬ ਨੇ ਨਿਬੇੜ ਹੀ ਦਿੱਤੀ ਨਾ, ਕਹਿੰਦੇ ਅਗਲੀ ਤਾਂ ਵਾਰੀ ਨਹੀਂ ਆਉਣੀ ਇਹਨਾਂ ਦੀ, ਤੇ ਕੰਮ ਮੁੱਕ ਗਿਆ। ਮੇਰੇ ਤੇ ਹੱਸਦੇ ਸੀ ਕਿ ਜੀ ਮੈਂ 22-23 ਦੀ ਗੱਲ ਕਰਤੀ, ਮੈਂ ਕਿਹਾ ਕੱਲ ਤੁਹਾਡਾ ਰਾਣਾ ਸੋਢੀ ਵੀ ਇਹੀ ਆਖੀ ਜਾਂਦਾ ਸੀ ਕਿ ਸਮਾਰਟਫੋਨ ਦਵਾਂਗੇ, 22-23 ਨੂੰ ਦਵਾਂਗੇ, 23-24 ਨੂੰ ਦਵਾਂਗੇ। ਇੱਕ ਪਾਸੇ ਈਵੀਐਮ ਦਾ ਰੌਲਾ ਪਾਈ ਜਾਂਦੇ ਹੋ, ਮੈਨੂੰ ਲੱਗਦਾ ਤੁਹਾਡੀ ਕੋਈ ਈਵੀਐਮ ਭੈਣ ਲੱਗਦੀ ਹੈ, ਜਿਸ ਤਰ੍ਹਾਂ ਸੈਟਿੰਗ ਹੈ ਕਿ ਤੁਹਾਨੂੰ ਆਈ ਜਾਣਾ, ਲੋਕਾਂ ਨੇ ਕੁੱਟਣਾ ਤੁਹਾਨੂੰ, ਤੁਸੀਂ ਸਾਡੀ ਗੱਲ ਕਰੀ ਜਾਂਦੇ। ईवीएम ਨੂੰ ਲੈ ਕੇ ਰੈਜ਼ੋਲੂਸ਼ਨ ਮੂਵ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਰੈਜ਼ੋਲੂਸ਼ਨ ਬਿਲਕੁਲ, ਦੇਖੋ ਇਸ ਮਸਲੇ 'ਚ ਤਾਂ ਆਈ ਥਿੰਕ ਸਾਰੀ ਪਾਰਟੀਆਂ ਬੜੀ ਕਲੀਅਰ ਹੈ ਜੀ। ਜੇ ਅਮਰੀਕਾ 'ਚ ਬੈਲਟ ਬਾਕਸ ਹੈ, ਹੋਰ ਕਈ ਡਿਵੈਲਪਡ ਕੰਟਰੀਜ਼ 'ਚ ਬੈਲਟ ਬਾਕਸ ਤਹਿਤ ਚੱਲ ਰਿਹਾ, ਤੇ ਇਹਦੇ 'ਚ ਕੋਈ ਹਰਜ ਨਹੀਂ। ਜੇ ਆਪੋਜੀਸ਼ਨ ਮਹਿਸੂਸ ਕਰਦੀ ਹੈ ਕਿ ਇਹਦੇ 'ਚ ਟੈਂਪਰਿੰਗ ਹੈ, ਔਰ ਅਸੀਂ ਵੇਖਿਆ ਹੀ ਆ ਰਿਜ਼ਲਟ 'ਚ, ਇਹ ਈਵੀਐਮ ਤਾਂ ਐਡੀ ਚੰਗੀ ਹੈ, ਜਿਹਦੀ ਸਰਕਾਰ ਹੁੰਦੀ ਉਹਦੇ ਮਗਰ ਲੱਗ ਜਾਂਦੀ ਹੈ। ਮੈਂ ਲਾਇਆ ਹਿਸਾਬ ਆ ਚੋਣਾਂ ਹੋਈਆਂ ਨੇ ਹੁਣ ਆਪਣੀ ਕਮੇਟੀ ਦੀਆਂ, ਤੇ ਕਾਂਗਰਸ ਦੇ ਆਖੇ ਨੱਚੀ ਹੈ ਨਾ, ਤੇ ਫਿਰ ਉਧਰ ਫਿਰ ਦੂਜੀਆਂ ਦੇ ਨੱਚ ਸਕਦੀ ਹੈ, ਕੁਝ ਨਹੀਂ ਕਿਹਾ ਜਾ ਸਕਦਾ, ਖਤਰਨਾਕ ਚੀਜ਼ ਹੈ ਇਹ। ਠੀਕ ਹੈ, ਬਦਲੀ ਚੰਗੀ, ਥੈਂਕ ਯੂ। ਆ ਮੈਂ ਕਿਉਂ ਦੱਸ ਦਿਆਂ, ਆ ਲਾਸਟ ਗੱਲ ਆ ਮਾਈਨਿੰਗ ਉੱਤੇ, ਇਹ ਐਨਜੀਟੀ ਰਿਪੋਰਟ ਸਬਮਿਟਡ ਟੂ ਐਨਜੀਟੀ, ਉਹ ਕੀ ਕਹਿੰਦੇ, ਅਮਾਉਂਟ ਆਫ ਇਲੀਗਲ ਮਾਈਨਿੰਗ ਕੱਲੀ 3 ਥਾਵਾਂ ਤੇ ਸਵਾਰਾ ਖੱਡ 232 ਕਰੋੜ ਰੁਪਏ ਦਾ ਚੂਨਾ ਲੱਗਿਆ ਖਜ਼ਾਨੇ ਨੂੰ। ਇੱਕ ਬੇਹਾਰਾ ਖੱਡ ਉਹ 'ਚ 82.91 ਕਰੋੜ, ਹਰਸਾ ਬੇਲ 1 ਕਰੋੜ, ਟੋਟਲ 316 ਕਰੋੜ ਦਾ ਰਿਪੋਰਟ ਹੈ। ਔਰ ਇਹੀ ਗੱਲ ਹੈ ਕਿ ਇਹਨਾਂ ਦੇ ਸਟੇਟਸ ਓਨ ਟੈਕਸ ਰੈਵਨਿਊ ਸਭ ਤੋਂ ਘੱਟ ਗਰੋਥ ਹੈ, ਨਾਲ ਦੇ ਸੂਬੇ ਦਾ ਰਿਕਾਰਡ ਕੱਢ ਲਓ। ਰੌਲਾ ਪਾਏ ਨਾਲ ਮੈਨੂੰ ਨਹੀਂ ਬੋਲਣ ਦਿਓਗੇ, ਸੱਚ ਤਾਂ ਨਹੀਂ ਬਦਲ ਜਾਣਾ, ਮੈਂ ਤਾਂ ਫੇਰ ਵੀ ਬੋਲੂ। ਦੱਬੇ ਜਿੰਨਾ ਮਰਜ਼ੀ ਦੱਬ ਲਿਓ, ਇਸ ਤਰ੍ਹਾਂ ਤਾਂ ਨਹੀਂ ਦੱਬ ਸਕਦੇ, ਅੰਦਰ ਹੀ ਦੇਣਾ ਪੈਣਾ ਮੇਰੇ ਵਰਗੇ ਨੂੰ, ਤਾਂ ਨਹੀਂ ਤਾਂ ਅਸੀਂ ਤਾਂ ਗੂੰਜਾਂਗੇ, ਬਾਹਰ ਵੀ ਗੂੰਜਾਂਗੇ, ਅੰਦਰ ਵੀ ਗੂੰਜਾਂਗੇ, ਜੋ ਮਰਜ਼ੀ ਜ਼ੋਰ ਲਾ ਲਓ ਜਿੱਥੇ ਮਰਜ਼ੀ। ਥੈਂਕ ਯੂ।